हेलो एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ ਪੰਜਵਾਂ ਲੈਸਨ ਸੋਸ਼ਲ ਰਿਫਾਰਮ ਸਮਾਜ ਸੁਧਾਰ ਰਿਨਾਊਂਸ ਡਰੱਗਸ ਐਂਡ ਬੈਡ ਕੰਪਨੀ ਨਸ਼ਿਆਂ ਨੂੰ ਤੇ ਮਾੜੀ ਕੰਪਨੀ ਨੂੰ ਤਿਆਗ ਦਿਓ। ਰਿਨਾਊਂਸ ਕਰਨਾ ਯਾਨੀ ਤਿਆਗ ਦੇਣਾ। ਆਬਜੈਕਟਿਵਸ ਕੀ ਨੇ, ਉਦੇਸ਼ ਕੀ ਨੇ ਇਸ ਚੈਪਟਰ ਦੇ? abandoning drugs and bad company as a social evil, ਨਸ਼ਿਆਂ ਨੂੰ ਮਾੜੀ ਸੰਗਤ ਨੂੰ ਉਹ ਤੋਂ ਦੂਰ ਰਹਿਣਾ, ਉਹ ਤੋਂ ਛੁਟਕਾਰਾ ਪਾਣਾ ਕਿਉਂਕਿ ਉਹ ਇੱਕ ਮਾੜੀ ਚੀਜ਼ ਹੈ ਆਪਣੇ ਸਮਾਜ ਦੇ ਲਈ। to give the message of building a drug free and healthy society, ਨਸ਼ਾ ਮੁਕਤ ਇੱਕ ਸਮਾਜ ਤਿਆਰ ਕਰਨਾ, ਇੱਕ ਵਧੀਆ ਸੁਸਾਇਟੀ ਤਿਆਰ ਕਰਨਾ, ਇਹਦਾ ਮੈਸੇਜ ਬੱਚਿਆਂ ਨੂੰ ਦੇਣਾ। to make the society realize its role in preventing deadly evils like drugs, ਤੇ ਸਮਾਜ ਨੂੰ ਇੱਕ ਬੁਲਾਵਾ ਦੇਣਾ, ਇੱਕ ਮੈਸੇਜ ਦੇਣਾ, ਉਹਨਾਂ ਨੂੰ ਸਮਝਾਉਣਾ ਕਿ ਜਿਹੜੇ ਡਰੱਗਸ ਹੈਗੇ ਨੇ ਉਹ ਕਿੰਨੇ ਮਾੜੇ ਹੈਗੇ ਨੇ। and to reform the society by creating a strong familiar bond, ਤੇ ਨਾਲ ਦੀ ਨਾਲ ਸਮਾਜ ਨੂੰ ਸੁਧਾਰਨਾ, ਇੱਕ ਮਜ਼ਬੂਤ ਬੌਂਡ ਬਣਾ ਕੇ ਉਹਨਾਂ ਵਿੱਚ ਆਪਸ ਦੇ ਵਿੱਚ, ਤਾਂ ਕਿ ਕੋਈ ਵੀ ਨਸ਼ਿਆਂ ਵੱਲ ਨਾ ਜਾਏ। ਚਲਦੇ ਹਾਂ ਅੱਗੇ। The main reason why man has a bigger status than other living beings on the earth is his society with an intellectual base, ਮਨੁੱਖ ਦਾ ਧਰਤੀ ਤੇ ਬਾਕੀ ਜੀਵਾਂ ਨਾਲੋਂ ਇੱਕ ਉੱਚਾ ਰੁਤਬਾ ਕਿਉਂ ਹੈਗਾ? ਉਹ ਇਸ ਕਰਕੇ ਹੈਗਾ ਕਿਉਂਕਿ ਉਹਦੇ ਕੋਲ ਦਿਮਾਗ ਹੈਗਾ। ਉਹ ਧਰਤੀ ਤੇ ਆਮ ਲੋਕਾਂ ਜਿਹੜੇ ਬਾਕੀ ਹੈਗੇ ਨੇ ਉਹਨਾਂ ਨਾਲ ਰਲ ਕੇ ਦਿਮਾਗ ਨਾਲ ਇੱਕ ਸਮਾਜ ਚਲਾਉਂਦਾ। Only a healthy individual makes it possible to create a healthy society, ਇੱਕ ਸਿਹਤਮੰਦ ਵਿਅਕਤੀ ਹੀ ਇੱਕ ਸਿਹਤਮੰਦ ਸਮਾਜ ਦਾ ਮਾਣ ਰੱਖ ਸਕਦਾ ਹੈ, ਉਹਨੂੰ ਬਣਾ ਸਕਦਾ ਹੈ। Among other evils in this society, from alcohol to opium, poppy, marijuana, poppy husk and smack, synthetic drugs or narcotics can lead to personal, family, social, cultural and economic destruction। ਕਹਿਣ ਦਾ ਮਤਲਬ ਇਹ ਜਿਹੜੇ ਸ਼ੌਕ ਹੈਗੇ ਨੇ ਸਮਾਜ ਦੇ ਵਿੱਚ ਜੋ ਕੁਝ ਲੋਕ ਰੱਖਦੇ ਨੇ, ਬੇਸ਼ੱਕ ਉਹ ਸ਼ਰਾਬ ਨੂੰ ਲੈ ਕੇ ਹੋਏ, ਅਫੀਮ ਨੂੰ ਲੈ ਕੇ ਹੋਏ, ਭੁੱਕੀ, ਭੰਗ, ਬਾਕੀ ਸਮੈਕ ਹੋ ਗਿਆ, ਹੋਰ ਤਰੀਕੇ ਦੇ ਜਿਹੜੇ ਨਸ਼ੀਲੇ ਪਦਾਰਥ ਹੈਗੇ ਨੇ, ਉਹ ਇਨਸਾਨ ਦੇ ਨਿੱਜੀ, ਪਰਿਵਾਰਕ, ਸਮਾਜਿਕ, ਸੱਭਿਆਚਾਰਿਕ ਤੇ ਆਰਥਿਕ ਤਬਾਹੀ ਦਾ ਕਾਰਨ ਬਣਦੇ ਨੇ। ਡਰੱਗਸ ਆਰ ਨੈਵਰ ਪ੍ਰੋਫਿਟੇਬਲ, ਇਹ ਜਿਹੜੇ ਡਰੱਗਸ ਹੁੰਦੇ ਨੇ ਇਹਨਾਂ ਤੋਂ ਕਿਸੇ ਨੂੰ ਲਾਭ ਥੋੜੀ ਹੋਇਆ, ਫਾਇਦਾ ਥੋੜੀ ਹੋਇਆ ਕਦੇ। ਦਿਸ ਈਵਲ ਆਲਸੋ ਗਿਵਸ ਬਰਥ ਟੂ ਅਦਰ ਈਵਲਸ ਇਨ ਦ ਸੋਸਾਇਟੀ, ਤੇ ਇਹ ਜਿਹੜੀ ਬੁਰਾਈ ਹੈਗੀ ਹੈ ਸਮਾਜ ਦੇ ਵਿੱਚ, ਇਹ ਸਾਰੇ ਨਸ਼ੇ ਹੈਗੇ ਨੇ, ਇਹਨਾਂ ਕਰਕੇ ਹੋਰ ਬੁਰਾਈਆਂ ਵੀ ਪੈਦਾ ਹੁੰਦੀਆਂ ਨੇ ਸਮਾਜ ਦੇ ਵਿੱਚ। one should possess high level of thinking and a strong willpower, ਹਰ ਕਿਸੇ ਕੋਲ ਦਿਮਾਗ ਆਪਣਾ ਇਸਤੇਮਾਲ ਕਰਨ ਦੇ ਲਈ, ਦਿਮਾਗ ਨੂੰ ਸਹੀ ਰਸਤੇ ਪਾਉਣ ਦੇ ਲਈ ਵਿਲ ਪਾਵਰ ਹੋਣੀ ਚਾਹੀਦੀ ਹੈ। ਮਤਲਬ ਕਿ ਅਸੀਂ ਦਿਮਾਗ ਨੂੰ ਸਮਝਾ ਸਕੀਏ ਵੀ ਇਹਨਾਂ ਨਸ਼ਿਆਂ 'ਚ ਕੁਛ ਨਹੀਂ ਪਿਆ ਹੈ ਨਾ, ਇਹਦਾ ਜਿਹੜਾ ਰਸਤਾ ਹੈਗਾ ਉਹ ਤਾਂ ਰੋਡ ਟੂ ਡਿਸਟਰਕਸ਼ਨ ਹੈਗੀ ਹੈ, ਤਬਾਹੀ ਵੱਲ ਨੂੰ ਜਾ ਰਿਹਾ ਨਾ ਤਾਂ ਰਸਤਾ। ਤੇ ਜਿਹੜੇ ਬਾਕੀ ਚੀਜ਼ਾਂ ਹੈਗੀਆਂ ਨੇ ਇਹ ਹੈਗੀਆਂ ਨੇ ਵੇ ਟੂ ਹੈਪੀਨੈਸ, ਜੋ ਖੁਸ਼ਹਾਲੀ ਵਾਂਗ ਜੀਵਨ ਨੂੰ ਲੈ ਕੇ ਜਾਂਦੀਆਂ ਨੇ। so that he himself avoids these evils and tries to protect his surroundings from its ill effects। ਜੇ ਬੰਦਾ ਆਪਣਾ ਦਿਮਾਗ ਇਸਤੇਮਾਲ ਕਰੇ ਤੇ ਉਹਦੇ ਵਿੱਚ ਸਟਰੋਂਗ ਵਿਲ ਪਾਵਰ ਹੋਏ, ਮਜ਼ਬੂਤ ਇੱਛਾ ਸ਼ਕਤੀ ਹੋਏ, ਜਿਸ ਦੇ ਨਾਲ ਉਹ ਇਸ ਬਿਮਾਰੀਆਂ ਤੋਂ ਵੀ ਬਚ ਸਕੇ, ਇਹਨਾਂ ਬੁਰਾਈਆਂ ਤੋਂ ਵੀ ਬਚ ਸਕੇ, ਤੇ ਨਾਲ ਦੀ ਨਾਲ ਆਪਣਾ ਜਿਹੜਾ ਆਲਾ ਦੁਆਲਾ ਹੈ ਉਹਨਾਂ ਤੇ ਵੀ ਇਹਨਾਂ ਚੀਜ਼ਾਂ ਦਾ ਮਾੜਾ ਪ੍ਰਭਾਵ ਨਾ ਪੈਣ ਤੇ ਉਹਨਾਂ ਨੂੰ ਬਚਾਏ ਇਹਨਾਂ ਚੀਜ਼ਾਂ ਤੋਂ। He has to interact with many drug addicts living in our society, ਇੱਕ ਇਨਸਾਨ ਨੂੰ ਆਪਣੇ ਸਮਾਜ ਵਿੱਚ ਰਹਿਣ ਵਾਲੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਪੈ ਸਕਦੀ ਹੈ। The need of the hour is to stay away from the ill effects of this evil and drag these drug addicts out of this quagmire through motivation and cooperation। ਹੁਣ quagmire ਕੀ ਹੁੰਦਾ? ਦਲਦਲ। ਤੇ ਹੁਣ ਟਾਈਮ ਇਹ ਹੈਗਾ ਵੀ ਸਾਨੂੰ ਜ਼ਰੂਰਤ ਇਹਨਾਂ ਲੋਕਾਂ ਦੀ ਹੈਗੀ ਹੈ ਜੋ ਕਿ ਆਪ ਵੀ ਇਹਨਾਂ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਤੇ ਦੂਜੇ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਪ੍ਰੋਤਸਾਹਿਤ ਕਰਕੇ, ਉਹਨਾਂ ਦਾ ਸਹਿਯੋਗ ਦੇ ਕੇ, ਪ੍ਰੇਰਨਾ ਬਣ ਕੇ ਉਹਨਾਂ ਨੂੰ ਇਸ ਦਲਦਲ ਤੋਂ ਬਾਹਰ ਖਿੱਚਣ।
When drug addicts are ignored by any section of the society and no positive and meaningful efforts are made to improve them, this evil will prevail more instead of perishing. ਕਈ ਵਾਰ ਕੀ ਹੁੰਦਾ, ਮੈਂ ਸਮਾਜ ਆਪ ਦੇਖਿਆ, ਜਿਸ ਸਮਾਜ ਦੇ ਵਿੱਚ ਕਿਸੇ ਵੀ ਵਰਗ ਵਾਲੇ ਜਿਹੜੇ ਨਸ਼ੇੜੀ ਲੋਕ ਹੈਗੇ ਨੇ ਉਹਨਾਂ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਨਾ ਹੀ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਨਾ ਹੀ ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਕੀਤਾ ਜਾਂਦਾ, ਪਿਆਰ ਨਹੀਂ ਦਿੱਤਾ ਜਾਂਦਾ, ਤੇ ਉਹਨਾਂ ਨੂੰ ਆਪਣੇ ਆਪ ਨੂੰ ਇੰਪਰੂਵ ਕਰਨ ਦਾ, ਆਪਣੇ ਆਪ ਨੂੰ ਸਾਬਿਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, ਤਾਂ ਫਿਰ ਉਹ ਹੋਰ ਇਸ ਦਲਦਲ ਵਿੱਚ ਫਸਦੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਅਜਿਹਾ ਇਨਵਾਇਰਮੈਂਟ ਹੀ ਨਹੀਂ ਮਿਲ ਰਿਹਾ। ਤਾਂ ਅਸੀਂ ਜੇ ਕੋਸ਼ਿਸ਼ ਕਰੀਏ ਇਹ ਜਿਹੜੀ ਮਾੜੀਆਂ ਚੀਜ਼ਾਂ ਨੇ ਖਤਮ ਹੋ ਜਾਣ, ਫਿਰ ਉਹ ਹੋਰ ਪ੍ਰੋਤਸਾਹਿਤ ਹੁੰਦੀਆਂ ਨੇ। ਉਹ ਕਹਿੰਦੇ ਨੇ ਮੈਨੂੰ ਕਿਹੜਾ ਕੋਈ ਬੰਦਾ ਪਿਆਰ ਕਰਦਾ, ਮੈਂ ਤਾਂ ਇਹਨਾਂ ਵੱਲ ਹੀ ਜਾਣਾ ਹੈ ਕਿਉਂਕਿ ਇਹੀ ਮੈਨੂੰ ਵਧੀਆ ਲੱਗਦੇ ਨੇ। ਤਾਂ ਇਹੀ ਦੱਸਿਆ ਗਿਆ, ਦਿਸ ਈਵਲ ਵਿਲ ਪ੍ਰੀਵੇਲ ਮੋਰ ਇਨਸਟੈਡ ਆਫ ਪੈਰਿਸ਼ਿੰਗ। ਖਤਮ ਨਹੀਂ ਹੋਏਗਾ, ਇਹ ਤਾਂ ਵਧੂਗਾ ਜੇ ਅਸੀਂ ਉਹਨੂੰ ਨਹੀਂ ਸੁਲਝਾਵਾਂਗੇ। Self-confidence, strong spiritual strength, medical aid and positive initiatives by the administration, the government and the society can contribute a lot to curb this evil। ਹੁਣ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਇੱਕ ਤਾਂ ਇਨਸਾਨ ਦਾ ਆਪਣਾ ਕੌਨਫੀਡੈਂਸ ਜਿਹੜਾ ਹੈ, ਸਵੈ ਭਰੋਸਾ ਹੋਣਾ ਚਾਹੀਦਾ ਹੈ, ਬਹੁਤ ਮਜ਼ਬੂਤ ਆਪਾਂ ਕਹਿ ਸਕਦੇ ਹਾਂ ਅਧਿਆਤਮਿਕ ਤਾਕਤ ਹੋਣੀ ਚਾਹੀਦੀ ਹੈ, ਡਾਕਟਰੀ ਦੀ ਮਦਦ ਲੈ ਸਕਦੇ ਆ, ਪੋਜ਼ਿਟਿਵ ਇਨੀਸ਼ੀਏਟਿਵਸ ਲੈ ਸਕਦੇ ਆ ਜਿਹੜੀ ਸਰਕਾਰ ਲੈ ਰਹੀ ਹੈ, ਵੀ ਚਲੋ ਉਹਨਾਂ ਨੂੰ ਦਵਾਈਆਂ ਅਜਿਹੀਆਂ ਦੇ ਦਿੱਤੀਆਂ ਜਾਣ ਜਿਹੜੀਆਂ ਨਸ਼ਿਆਂ ਨੂੰ ਦੂਰ ਕਰਨ 'ਚ ਉਹਨਾਂ ਦੀ ਮਦਦ ਕਰੇ। ਸਰਕਾਰ ਆਪ, ਸਮਾਜ ਆਪ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਸਕਦਾ ਹੈ। The truth is that if a person possesses a strong willpower and a strong determination, no force or power, no matter how strong it is, can compel him to take drugs। ਇੱਥੇ ਇਹ ਦੱਸਿਆ ਗਿਆ ਹੈ ਕਿ ਸੱਚ ਤਾਂ ਇਹ ਹੈਗਾ ਵੀ ਜੇ ਕਿਸੇ ਵੀ ਵਿਅਕਤੀ ਕੋਲ ਦ੍ਰਿੜ ਇੱਛਾ ਹੈਗੀ ਹੈ, ਇੱਛਾ ਸ਼ਕਤੀ ਆਪਾਂ ਕਹਿ ਸਕਦੇ ਹਾਂ, ਦ੍ਰਿੜ ਇਰਾਦਾ ਹੋਵੇ, ਤਾਂ ਕੋਈ ਵੀ ਤਾਕਤ ਭਾਵੇਂ ਕੋਈ ਵੀ ਚੀਜ਼ ਹੋਏ ਉਹ ਉਹਨੂੰ ਨਸ਼ਿਆਂ ਵੱਲ ਨਹੀਂ ਲੈ ਕੇ ਜਾ ਸਕਦੀ। Addiction occurs only when a person weakens himself mentally। ਜੇ ਕੋਈ ਇਨਸਾਨ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਕਮਜ਼ੋਰ ਕਰ ਲੈਂਦਾ ਤਾਂ ਹੀ ਉਹ ਨਸ਼ਿਆਂ ਵੱਲ ਜਾਂਦਾ। In this regard, the story that will be used as the basis of activity oriented analysis, ਤੇ ਇਸ ਚੀਜ਼ ਨੂੰ ਸਮਝਣ ਦੇ ਲਈ ਅਸੀਂ ਜਿਹੜੀ ਗਤੀਵਿਧੀ ਕਰਾਂਗੇ, ਸਟੋਰੀ ਪੜਾਂਗੇ, the tragedy involved in the story, ਤੇ ਉਸ ਸਟੋਰੀ ਕਹਾਣੀ ਵਿੱਚ ਜੋ ਘਟਨਾ ਹੈਗੀ ਹੈ, will show us, ਇੱਥੇ ਲਿਖਿਆ us show, will show us the path to stay away from social evils that exist in the form of drugs। ਤੇ ਉਹ ਕਹਾਣੀ ਸਾਨੂੰ ਇਹ ਸਮਝਾਏਗੀ, ਇਹ ਦਰਸਾਏਗੀ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ ਜਿਹੜੀ ਕਿ ਨਸ਼ੇ ਦੇ ਫਾਰਮ ਦੇ ਵਿੱਚ ਐਗਜ਼ਿਸਟ ਕਰਦੀ ਹੈ। ਇੱਥੇ ਐਕਟੀਵਿਟੀ ਦਿੱਤੀ ਹੋਈ ਹੈ, the questioning attitude awakens the curiosity to gather more information। ਜਦ ਆਪਾਂ ਸਵਾਲ ਪੁੱਛਦੇ ਹਾਂ, ਉਹ ਜਿਹਾ ਐਟੀਟਿਊਡ ਰੱਖਦੇ ਹਾਂ, ਤਾਂ ਸਾਡੇ ਵਿੱਚ ਜਾਣਕਾਰੀ ਹੋਰ ਇਕੱਠੀ ਕਰਨ ਦੀ ਇੱਛਾ ਜਾਗਦੀ ਹੈ ਵੀ ਇਹਦਾ ਜਵਾਬ ਵੀ ਮਿਲ ਜੇ, ਇਹਦਾ ਜਵਾਬ ਵੀ ਮਿਲ ਜੇ। Even in the classroom, students will answer the given questions before conducting this activity-centered interaction without any fear, hesitation or apprehension। ਤੇ ਇਸ ਗਤੀਵਿਧੀ ਨੂੰ ਕਰਨ ਤੋਂ ਪਹਿਲਾਂ ਕਲਾਸ ਦੇ ਵਿੱਚ ਜਿਹੜੇ ਬੱਚੇ ਹੈਗੇ ਨੇ ਉਹ ਆਪਸ ਵਿੱਚ ਗੱਲਬਾਤ ਕਰਕੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਹਿਚਕਿਚਾਹਟ ਤੋਂ, ਬਿਨਾਂ ਕਿਸੇ ਭੈ ਤੋਂ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ। Students will answer the questions honestly according to their level of understanding। ਆਪਣੀ ਸਮਝ ਦੇ ਹਿਸਾਬ ਨਾਲ ਬੱਚੇ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ। ਜਿਵੇਂ ਪਹਿਲਾ ਸਵਾਲ, write the names of any two evils prevalent in the society। ਸਮਾਜ ਵਿੱਚ ਪ੍ਰਚਲਿਤ ਕਿਸੇ ਦੋ ਬੁਰਾਈਆਂ ਦੇ ਨਾਂ ਤੁਸੀਂ ਦੱਸਣੇ ਨੇ। ਤੇ ਇੱਥੇ ਮੈਂ ਲਿਖਿਆ there are many evils prevalent in the society। ਸਮਾਜ ਦੇ ਵਿੱਚ ਬਹੁਤ ਤਰੀਕੇ ਦੀ ਗਲਤ ਕੰਮ ਚੱਲ ਰਹੇ ਨੇ, ਜਿਵੇਂ ਕਿ ਜੈਂਡਰ ਇਨਇਕੁਐਲਿਟੀ, ਸਮਾਜ ਵਿੱਚ ਮੁੰਡੇ ਕੁੜੀ ਵਿੱਚ ਫਰਕ ਕੀਤਾ ਜਾਂਦਾ ਹੈ, ਡਾਊਰੀ ਸਿਸਟਮ, ਦਹੇਜ ਮੰਗਿਆ ਜਾਂਦਾ ਹੈ, ਪਾਵਰਟੀ ਗਰੀਬੀ ਚੱਲ ਰਹੀ ਹੈ, ਕਾਸਟ ਸਿਸਟਮ ਜਾਤ ਪ੍ਰਥਾ ਚੱਲ ਰਹੀ ਹੈ, ਇਲੀਟਰੇਸੀ ਬੰਦਿਆਂ ਨੂੰ ਪੜ੍ਹਾਇਆ ਨਹੀਂ ਜਾ ਰਿਹਾ, ਹਾਈਜੀਨ ਐਂਡ ਸੈਨੀਟੇਸ਼ਨ ਸਾਫ ਸਫਾਈ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ, ਡਰੱਗਸ ਚੱਲ ਰਹੇ ਨੇ ਐਂਡ ਐਲਕੋਹਲ ਸ਼ਰਾਬ ਵੀ ਚੱਲ ਰਹੀ ਹੈ। ਅਗਲਾ, considering alcohol as an evil in the society।
ਤੁਸੀਂ ਇਹ ਸਮਝਣਾ ਹੈ ਵੀ ਜਿਹੜੀ ਸ਼ਰਾਬ ਹੈਗੀ ਹੈ ਉਹ ਸਮਾਜ ਦੇ ਵਿੱਚ ਇੱਕ ਬੁਰਾਈ ਹੈਗੀ ਹੈ। ਡਿਸਕ੍ਰਾਈਬ ਵਨ ਆਫ ਇਟਸ ਟਰਪੀਟਿਊਡਸ ਦੈਟ ਅਰਾਈਜ਼ ਫਰੋਮ ਇਟ। ਇਹਦਾ ਦਾ ਇੱਕ ਅਸਰ ਜਿਹੜਾ ਨੈਗੇਟਿਵ ਹੁੰਦਾ ਜੋ ਇਹਦੇ ਤੋਂ ਨਿਕਲਦਾ ਉਹ ਕੀ ਹੈਗਾ ਸ਼ਰਾਬ ਦਾ। Many crimes are committed because of alcohol. ਸ਼ਰਾਬ ਕਰਕੇ ਕਿੰਨੇ ਕ੍ਰਾਈਮ ਹੁੰਦੇ ਨੇ। Alcohol also causes domestic abuse and accidents. ਇੱਕ ਤਾਂ ਐਕਸੀਡੈਂਟ ਹੁੰਦੇ ਨੇ ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਲੜਾਈ ਮਾਰ ਕੁਟਾਈ ਵੀ ਹੁੰਦੀ ਹੈ। What would you do if you see someone taking drugs of any kind? ਮੰਨ ਲਓ ਤੁਹਾਡੇ ਸਾਹਮਣੇ ਕੋਈ ਬੰਦਾ ਆ ਜਾਂਦਾ ਹੈ ਜੋ ਕਿਸੇ ਤਰੀਕੇ ਦੇ ਨਸ਼ੇ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ? ਦੇਖੋ, I would start by asking how they feel ਜਾਂ he feels। ਜੇ he ਆਏਗਾ ਤਾਂ ਉਹਦੇ ਨਾਲ feels ਆਏਗਾ। ਮੈਂ ਉਹਨੂੰ ਪੁੱਛਾਂਗੀ ਜਾਂ ਉਹਨਾਂ ਨੂੰ ਪੁੱਛਾਂਗੀ ਵੀ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ, ਕੀ ਮਹਿਸੂਸ ਕਰਦੇ ਨੇ। what hurts them, ਉਹਨਾਂ ਨੂੰ ਕਿਹੜੀ ਚੀਜ਼ ਹੈ ਜੋ ਦੁੱਖ ਪਹੁੰਚਾਉਂਦੀ ਹੈ ਜਿਹਦੇ ਕਰਕੇ ਉਹ ਇਸ ਰਿਸ਼ਤੇ ਤੇ ਚੱਲੇ ਨੇ। what are their worries, ਉਹਨਾਂ ਦੀਆਂ ਟੈਨਸ਼ਨਾਂ ਕੀ ਹੈਗੇ ਨੇ, ਕੀ ਪਰੇਸ਼ਾਨੀਆਂ ਹੈਗੀਆਂ ਨੇ। what are they feared of, ਉਹਨਾਂ ਨੂੰ ਕਿਸ ਚੀਜ਼ ਦਾ ਭੈ ਹੈਗਾ, ਡਰ ਹੈਗਾ। and then be available to them whenever they need me। ਤੇ ਫਿਰ ਜਦੋਂ ਵੀ ਉਹਨਾਂ ਨੂੰ ਮੇਰੀ ਲੋੜ ਹੈਗੀ ਹੈ ਮੈਂ ਉਹਨਾਂ ਲਈ ਅਵੇਲੇਬਲ ਹੋਵਾਂ, ਉਹਨਾਂ ਲਈ ਉੱਥੇ ਮੌਜੂਦ ਹੋਵਾਂ, ਤਾਂ ਹੀ ਮਦਦ ਕਰ ਸਕਦੇ ਆ ਨਾ। ਆਫਟਰ ਲਿਸਨਿੰਗ ਟੂ ਦੀ ਆਨਸਰਸ ਆਫ ਦ ਸਟੂਡੈਂਟਸ, ਬੱਚਿਆਂ ਦੇ ਜਵਾਬ ਸੁਣਨ ਤੋਂ ਬਾਅਦ the teacher will divide the class into 3 groups। ਅਧਿਆਪਕ ਕਲਾਸ ਨੂੰ 3 ਹਿੱਸਿਆਂ ਵਿੱਚ ਵੰਡ ਦੇਣਗੇ। and resume the interaction about the harmful effects of drugs on the society। ਤੇ ਕਲਾਸ ਦੇ ਵਿੱਚ ਜਿਹੜੀ ਡਿਸਕਸ਼ਨ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ ਵੀ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਨੇ, ਇਹ ਗੱਲਬਾਤ ਚੱਲਦੀ ਰਹੇਗੀ। The response of any of the students may vary according to his personal opinion। ਤੇ ਕਿਸੇ ਵੀ ਵਿਦਿਆਰਥੀ ਦਾ ਜਿਹੜਾ ਜਵਾਬ ਹੈਗਾ ਉਹ ਉਸਦੇ ਨਿੱਜੀ ਵਿਚਾਰਾਂ ਅਨੁਸਾਰ ਵੱਖਰਾ ਹੋ ਸਕਦਾ ਹੈ। ਠੀਕ ਹੈ, ਆ ਦੇਖੋ ਇੱਥੇ ਮੰਮੀ ਸਮਝਾ ਰਹੀ ਹੈ ਬੱਚੇ ਨੂੰ, ਇੱਥੇ ਦੁਕਾਨ ਤੇ ਬੈਠਾ ਉਹ ਐਲਕੋਹਲ ਸ਼ਾਪ, ਸ਼ਰਾਬ ਦੀ ਦੁਕਾਨ ਤੇ, ਰੋਡ ਆਫ ਡਿਸਟਰਕਸ਼ਨ ਵੀ ਪੁੱਤ, ਇਹ ਜਿਹੜੀ ਰਾਹ ਹੈਗੀ ਹੈ ਤਬਾਹੀ ਵੱਲ ਲੈ ਕੇ ਜਾਂਦੀ ਹੈ ਸਾਨੂੰ। ਐਕਟੀਵਿਟੀ ਦਿੱਤੀ ਹੋਈ ਹੈ ਦਿਸ ਸਟੋਰੀ। ਡਾਟਰ ਇਨ ਲਾਜ਼, ਇੱਥੇ ਡਾਟਰਸ ਨਹੀਂ ਆਏਗਾ, ਇੱਥੇ ਐਸ ਆ ਜਾਏਗਾ। ਡਾਟਰ ਇਨ ਲਾਜ਼ ਆਰ ਬੈਟਰ ਦੈਨ ਅਨਫਿਲੀਅਲ ਸਨਸ। ਅਨਫਿਲੀਅਲ ਦਾ ਮਤਲਬ ਇਹ ਹੁੰਦਾ ਹੈ ਵੀ ਉਹ ਇਨਸਾਨ ਜਿਹਦੇ 'ਚ ਇੱਕ ਜੋ ਬੱਚਾ ਫਰਜ਼ ਨਿਭਾਉਂਦਾ ਆਪਣੇ ਮਾਂ-ਬਾਪ ਪ੍ਰਤੀ ਉਹ ਫਰਜ਼ ਨਾ ਨਿਭਾਏ, ਉਹ ਪੂਰੇ ਨਾ ਕਰ ਸਕੇ ਉਹਨਾਂ ਚੀਜ਼ਾਂ ਨੂੰ, ਉਹਨੂੰ ਆਪਾਂ ਅਨਫਿਲੀਅਲ ਕਹਿੰਦੇ ਹਾਂ। ਜਾਂ ਆਪਾਂ ਕਹਿ ਸਕਦੇ ਹਾਂ ਜੋ ਰੂਡ ਹੁੰਦੇ ਨੇ ਸਨਸ, ਜੋ ਮਾਂ-ਬਾਪ ਦਾ ਦੇ ਪ੍ਰਤੀ ਜਿਹੜਾ ਫਰਜ਼ ਹੈ ਉਹ ਨਹੀਂ ਨਿਭਾ ਸਕਦੇ। ਉਹਨਾਂ ਤੋਂ ਚੰਗੀਆਂ ਤਾਂ ਡਾਟਰ ਇਨ ਲਾਜ਼ ਹੁੰਦੀਆਂ ਨੇ, ਨੂੰਹਾਂ ਹੁੰਦੀਆਂ ਨੇ। will be narrated by the teacher in the manner of narrating scenes of a movie। ਇਹ ਜਿਹੜੀ ਕਹਾਣੀ ਹੈਗੀ ਹੈ ਇਹ ਅਧਿਆਪਕ ਜਿਹੜੇ ਨੇ ਉਹ ਐਵੇਂ ਦਰਸਾਉਣਗੇ ਜਿਵੇਂ ਫਿਲਮ ਦਾ ਕੋਈ ਸੀਨ ਚੱਲ ਰਿਹਾ ਹੁੰਦਾ ਹੈ। The students will listen to the story with full concentration। ਤੇ ਬੱਚੇ ਜਿਹੜੇ ਨੇ ਉਹ ਪੂਰੀ concentration ਦੇ ਨਾਲ ਇਸ ਕਹਾਣੀ ਨੂੰ ਸੁਣਨਗੇ। as if they were watching each and every scene of a movie with their own eyes। ਤੇ ਕਹਾਣੀ ਨੂੰ ਇਦਾਂ ਸੁਣਨਗੇ ਜਿਵੇਂ ਉਹ ਆਪਣੀ ਅੱਖਾਂ ਨਾਲ ਕਿਸੇ ਮੂਵੀ ਨੂੰ ਦੇਖ ਰਹੇ ਹੋਣ। At the same time, the students from all the 3 groups will keep responding। ਜਦ ਕਹਾਣੀ ਚੱਲ ਰਹੀ ਹੋਏਗੀ ਉਸ ਸਮੇਂ ਜਿਹੜੇ ਆਪਾਂ ਕਲਾਸ ਦੇ ਵਿੱਚ 3 ਹਿੱਸੇ ਵੰਡੇ ਸੀ ਨਾ ਬੱਚਿਆਂ ਦੇ, ਉਹ ਜਵਾਬ ਦਿੰਦੇ ਰਹਿਣਗੇ, ਗੱਲਬਾਤ ਕਰਦੇ ਰਹਿਣਗੇ ਜਿਵੇਂ ਪੁੱਛਿਆ ਜਾਏਗਾ ਅਧਿਆਪਕ ਦੁਆਰਾ। They should also keep in mind that after listening to the story, they will have to make efforts to move ahead towards creating a healthy society by forming a positive and constructive opinion from the theme of this dialogue-based activity। ਤੇ ਇੱਥੇ ਦੱਸਿਆ ਗਿਆ ਵੀ ਇਹ ਜਿਹੜੀ ਡਾਇਲੋਗ ਆਪਾਂ ਪੜਾਂਗੇ, ਐਕਟੀਵਿਟੀ ਗਤੀਵਿਧੀ ਕਰਾਂਗੇ, ਇਹਨੂੰ ਪੜਨ ਤੋਂ ਬਾਅਦ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਦਿਮਾਗ 'ਚ ਇਹ ਗੱਲ ਸਮਝਣੀ ਪਏਗੀ ਸਟੋਰੀ ਤੋਂ ਉਹ ਕੀ ਸਿੱਖ ਰਹੇ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਮਾਜ ਦੇ ਵਿੱਚ ਕਿਵੇਂ ਕੰਟਰੀਬਿਊਟ ਕਰ ਸਕਦੇ ਨੇ, ਇੱਕ ਪੋਜ਼ਿਟਿਵ ਐਟਮੋਸਫੇਅਰ ਕ੍ਰੀਏਟ ਕਰ ਸਕਦੇ ਨੇ, ਆਪਣੇ ਚੰਗੇ ਵਿਚਾਰਾਂ ਦੇ ਨਾਲ ਸੁਧਾਰ ਲੈ ਕੇ ਆ ਸਕਦੇ ਨੇ ਸਮਾਜ ਦੇ ਵਿੱਚ। ਇੱਥੇ ਆਏਗਾ ਡਾਟਰ ਇਨ ਲਾਜ਼ ਆਰ ਬੈਟਰ ਦੈਨ ਅਨਫਿਲੀਅਲ ਸਨਸ। ਜੋ ਰੂਡ ਸਨਸ ਹੁੰਦੇ ਨੇ ਉਹਨਾਂ ਤੋਂ ਬਿਹਤਰ ਤਾਂ ਨੂੰਹਾਂ ਹੁੰਦੀਆਂ ਨੇ। ਇੱਥੇ ਸ਼ਾਰਟ ਸਟੋਰੀ ਹੈਗੀ ਹੈ। I had actually gone to visit my in-laws, but on the way I thought I should visit my wife's bua। ਤੇ ਜੋ ਬੰਦਾ ਹੈ ਉਹ ਕਹਿੰਦਾ ਵੀ
ਅਸਲ ਦੇ ਵਿੱਚ ਤਾਂ ਮੈਂ ਆਪਣੇ ਸਹੁਰੇ ਘਰ ਜਾ ਰਿਹਾ ਸੀ, ਪਰ ਰਸਤੇ ਵਿੱਚ ਮੈਂ ਸੋਚਿਆ ਵੀ ਜਾਂਦੇ ਜਾਂਦੇ ਮੈਂ ਆਪਣੀ ਵਾਈਫ ਦੇ ਬੂਆ ਦੇ ਘਰੇ ਵੀ ਹੋ ਜਾਂਦਾ ਐਂਡ ਪੇ ਮਾਈ ਕੰਡੋਲੈਂਸਿਸ ਐਟ ਦ ਲਾਸ ਆਫ ਹਰ ਸਨ ਹੂ ਸਟੇਡ ਅਬਰੋਡ। ਤੇ ਮੈਂ ਜਿਹੜੇ ਉਹਨਾਂ ਦੇ ਬੂਆ ਦਾ ਬੇਟਾ ਹੈਗਾ ਜੋ ਬਾਹਰ ਰਹਿੰਦਾ ਸੀ, ਉਹਨਾਂ ਦੀ ਮੌਤ ਹੋ ਗਈ ਸੀ, ਤੇ ਮੈਂ ਉਹਨਾਂ ਕੋਲ ਜਾ ਕੇ ਥੋੜਾ ਉਹਨਾਂ ਦਾ ਦੁੱਖ ਸਾਂਝਾ ਕਰ ਦੇਵਾਂ। Found that poor Bua was extremely grief stricken। ਤੇ ਮੈਂ ਇਹ ਮਹਿਸੂਸ ਕੀਤਾ ਉੱਥੇ ਜਾ ਕੇ ਵੀ ਜੋ ਵਿਚਾਰੀ ਬੂਆ ਸੀ ਉਹ ਤਾਂ ਬਹੁਤ ਦੁੱਖਾਂ ਦੀ ਮਾਰੀ ਸੀ ਕਿਉਂਕਿ ਪੁੱਤ ਚਲਾ ਗਿਆ ਸੀ। ਬੂਆ had been weeping and her eyes were swollen। ਤੇ ਬੂਆ ਜਿਹੜੀ ਸੀ ਉਹ ਲਗਾਤਾਰ ਰੋ ਰਹੀ ਸੀ ਤੇ ਉਹਨਾਂ ਦੀ ਅੱਖਾਂ ਜਿਹੜੀਆਂ ਸੀ ਉਹ ਸੁਜੀਆਂ ਹੋਈਆਂ ਸਨ। I could understand that the loss of a son is indeed sorrowful। ਤੇ ਮੈਂ ਸਮਝ ਸਕਦਾ ਸੀ ਵੀ ਪੁੱਤਰ ਦਾ ਛੋਟੀ ਉਮਰ 'ਚ ਹੀ ਚੱਲ ਬਸਣਾ ਕਿੰਨਾ ਦੁਖਦਾਇਕ ਹੋ ਸਕਦਾ ਹੈ। A son is dearer to a mother more than her own life। ਤੇ ਜਿਹੜਾ ਪੁੱਤ ਹੈਗਾ ਉਹ ਤਾਂ ਮਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੁੰਦਾ ਹੈ। ਬੂਆ God doesn't even have mercy। ਤੇ ਮੈਂ ਕਿਹਾ ਵੀ ਬੂਆ ਰੱਬ ਨੂੰ ਥੋੜਾ ਜਿਹਾ ਵੀ ਰਹਿਮ ਤਰਸ ਨਹੀਂ ਆਇਆ। Why does he snatch away a son from his mother in his youth। ਤੇ ਰੱਬ ਨੇ ਇੰਨੀ ਭਰੀ ਜਵਾਨੀ ਵਿੱਚ ਮਾਂ ਤੋਂ ਉਹਦਾ ਪੁੱਤ ਕਿਉਂ ਖੋ ਲਿਆ। No sooner than I uttered these words than Bua burst into tears and started wailing। ਵੀ ਜਦ ਮੈਂ ਇਹ ਸ਼ਬਦ ਬੋਲੇ ਹੀ ਸੀ, ਬੂਆ ਦੀਆਂ ਅੱਖਾਂ ਚੋਂ ਫੇਰ ਹੰਝੂ ਵਗਣੇ ਸ਼ੁਰੂ ਹੋ ਗਏ ਤੇ ਉਹ ਜ਼ੋਰ ਜ਼ੋਰ ਦੀ ਰੋਣਾ ਸ਼ੁਰੂ ਕਰ ਗਈ। Said, son, now even my eyes have stopped working। ਬੇਟਾ ਹੁਣ ਤਾਂ ਮੇਰੀਆਂ ਅੱਖਾਂ ਵੀ ਚੱਲਣੀਆਂ ਬੰਦ ਹੋ ਗਈਆਂ ਨੇ। I have been in pains all my life। पूरी जिंदगी मैं अपनी दर्द ची कड्डी है। बुआ be patient। मैं समझाया भी बुआ जी सबर रखो। We cannot avoid the deeds of nature। ਅਸੀਂ ਕੁਦਰਤ ਦੇ ਜਿਹੜੇ ਕੰਮ ਹੈਗੇ ਨੇ, ਜਿਹੜੇ ਜੋ ਕੁਦਰਤ ਆਪਣੇ ਰੂਪ ਦਿਖਾਉਂਦੀ ਹੈ ਉਹਨਾਂ ਤੋਂ ਬਚ ਨਹੀਂ ਸਕਦੇ। On hearing these words of mine, Bua replied with a heavy heart। ਤੇ ਮੇਰੇ ਸ਼ਬਦ ਸੁਣ ਕੇ, ਮੇਰੀ ਗੱਲਾਂ ਸੁਣ ਕੇ ਬੂਆ ਨੇ ਭਰੇ ਮਨ ਦੇ ਨਾਲ ਜਵਾਬ ਦਿੱਤਾ, son, if one had died, I could be patient। My whole family is dead। ਤੇ ਬੂਆ ਕਹਿੰਦੀ ਬੇਟਾ ਜੇ ਇੱਕ ਬੰਦਾ ਮਰਿਆ ਹੁੰਦਾ ਮੈਂ ਫੇਰ ਸਬਰ ਰੱਖ ਲੈਂਦੀ, ਪਰ ਮੇਰੀ ਤਾਂ ਪੂਰੀ ਦੇ ਪੂਰਾ ਪਰਿਵਾਰ ਖਤਮ ਹੋ ਗਿਆ, ਸਭ ਮਰ ਗਏ। Your aunt who once owned property worth crores has now lost everything and has become worthless। ਹੁਣ ਤਾਂ ਮੈਂ ਕੱਖਾਂ ਦੀ ਨਹੀਂ ਰਹੀ, ਮੈਂ ਉਹੀ ਬੂਆ ਹੈਗੀ ਆ ਜਿਹਦੇ ਕੋਲ ਕਰੋੜਾਂ ਦੀ ਪ੍ਰਾਪਰਟੀ ਸੀ ਪਹਿਲਾਂ, ਪਰ ਹੁਣ ਤਾਂ ਮੇਰੇ ਕੋਲ ਕੁਝ ਵੀ ਨਹੀਂ ਰਿਹਾ। I couldn't get what you said ਬੂਆ। ਤੇ ਮੈਂ ਕਿਹਾ ਬੂਆ ਮੈਨੂੰ ਸਮਝ ਨਹੀਂ ਆਇਆ ਵੀ ਕੀ ਗੱਲ ਕਹਿ ਰਹੇ ਹੋ ਵੀ ਕਰੋੜਾਂ ਦੀ ਪ੍ਰਾਪਰਟੀ ਹੁਣ ਕੱਖਾਂ ਦੀ ਨਹੀਂ ਰਹੀ। Listen then to your bua's grief। ਫਿਰ ਬੂਆ ਨੇ ਕਿਹਾ ਵੀ ਹੁਣ ਮੇਰਾ ਦੁੱਖ ਬੈਠ ਕੇ ਸੁਣ। When I got married, your uncle was a senior officer in the ਤਹਿਸੀਲ। ਜਦ ਮੇਰਾ ਵਿਆਹ ਹੋਇਆ ਸੀ ਤਾਂ ਤੁਹਾਡੇ ਜਿਹੜੇ ਅੰਕਲ ਸੀ, ਫੁੱਫੜ ਜੀ ਸੀ, ਉਹ ਇੱਕ ਵਧੀਆ ਆਫਿਸਰ ਸੀ ਤਹਿਸੀਲ ਦੇ ਵਿੱਚ। He shifted to the city and the property he had purchased at that time was in crores। ਤੇ ਉਹ ਸ਼ਹਿਰ ਵਿੱਚ ਵਸਣ ਚਲੇ ਗਏ ਤੇ ਉਸ ਸਮੇਂ ਉਹਨਾਂ ਨੇ ਜਿਹੜਾ ਪੈਸਾ ਪਾ ਕੇ ਜਾਇਦਾਦ ਖਰੀਦੀ ਸੀ, ਪ੍ਰਾਪਰਟੀ ਖਰੀਦੀ ਸੀ, ਉਦੋਂ ਤਾਂ ਉਹ ਕਰੋੜਾਂ ਦੀ ਸੀ। Alcohol was consumed profusely in the house। ਘਰ ਵਿੱਚ ਬਹੁਤ ਸ਼ਰਾਬ ਚੱਲਦੀ ਸੀ। I remonstrated and implored him not to drink, but all in vain। ਮੈਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਬਗਾਵਤ ਵੀ ਕੀਤੀ ਵੀ ਇੰਨਾ ਨਾ ਪੀਓ, ਪਰ ਉਹਨਾਂ ਨੇ ਮੇਰੀ ਇੱਕ ਨਾ ਚੱਲਣ ਦਿੱਤੀ। Heavy and prolonged consumption of alcohol led to his death। ਤੇ ਸ਼ਰਾਬ ਦੀ ਭਾਰੀ ਤੇ ਲੰਬੇ ਸਮੇਂ ਤੱਕ ਜੋ ਸੇਵਨ ਕਰਦੇ ਸੀ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ। The eldest son got his job। ਤੇ ਉਸ ਤੋਂ ਬਾਅਦ ਮੇਰਾ ਜਿਹੜਾ ਸਭ ਤੋਂ ਵੱਡਾ ਪੁੱਤ ਸੀ ਉਹਨਾਂ ਦੀ ਥਾਂ ਤੇ ਜੌਬ ਮਿਲ ਗਈ ਸੀ। ਐਵੇਂ ਹੁੰਦਾ ਹੈ ਜੇ ਸਰਕਾਰੀ ਦਫ਼ਤਰ ਦੇ ਵਿੱਚ ਚਲੀ ਜਾਏ ਜੌਬ ਜੇ ਕੋਈ ਬੰਦੇ ਦੀ, ਤਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਜੌਬ ਮਿਲ ਜਾਂਦੀ ਹੈ। He married a government servant। ਤੇ ਉਹਦੀ ਜਿਹੜੀ ਵਾਈਫ ਸੀ ਉਹ ਵੀ ਸਰਕਾਰੀ ਦਫ਼ਤਰ 'ਚ ਕੰਮ ਕਰਦੀ ਸੀ। He also took to drinking and passed away। ਤੇ ਉਹ ਵੀ ਬਹੁਤ ਸ਼ਰਾਬ ਪੀਂਦਾ ਸੀ ਤੇ ਉਹਦੀ ਜਾਨ ਵੀ ਲੈ ਲਈ ਸ਼ਰਾਬ ਨੇ। Bua was crying while narrating her tales of woe। ਤੇ ਬੂਆ ਇਹ ਕਹਾਣੀਆਂ ਦੱਸਦੀ ਆਪਣੇ ਦੁੱਖ ਦਰਦ ਦੱਸਦੀ ਰੋ ਰਹੀ ਸੀ। I was listening। ਮੈਂ ਸੁਣ ਰਿਹਾ ਸੀ।
आई वॉज ऑल्सो वेरी सैड, मैं बहुत उदास सी। देन बुआ, फिर मैं पूछा बुआ फिर की होया? देन वॉट? द ब्राइड टर्नड आउट टू बी वाइज, ਜਿਹੜੀ ਜਿਹਦੇ ਨਾਲ ਉਹਨੇ ਵਿਆਹ ਕੀਤਾ ਸੀ ਉਹ ਸਿਆਣੀ ਨਿਕਲੀ। she had two sons, ਉਹਦੇ ਦੋ ਪੁੱਤ ਸੀ। her parents insisted her to leave her in-laws house and stay with them, but she just said that she would stay where she got married for the rest of her life। ਉਹਦੇ ਦੋ ਪੁੱਤ ਸੀ ਤੇ ਉਹਦੇ ਮਾਪਿਆਂ ਨੇ ਕਿਹਾ ਵੀ ਹੁਣ ਤੇਰਾ ਪਤੀ ਚਲਾ ਗਿਆ ਵੀ ਤੂੰ ਸਾਡੇ ਕੋਲ ਵਾਪਸ ਆ ਜਾ, ਪੇਕੇ ਆ ਜਾ ਆਪਣੇ ਪੁੱਤਾਂ ਨੂੰ ਲੈ ਕੇ ਤੇ ਇੱਥੇ ਦੇਖ ਲਾਂਗੇ ਅਸੀਂ। ਪਰ ਉਹ ਇੰਨੀ ਸਿਆਣੀ ਸੀ ਮੇਰੀ ਬਹੂ ਵੀ, ਉਹ ਕਹਿੰਦੀ ਵੀ ਜਿੱਥੇ ਮੇਰਾ ਵਿਆਹ ਹੋਇਆ ਮੈਂ ਉੱਥੇ ਹੀ ਹੁਣ ਰਹਾਂਗੀ। she was then married to the younger son, ਤੇ ਉਹਦਾ ਵਿਆਹ ਮੈਂ ਆਪਣੇ ਛੋਟੇ ਪੁੱਤ ਨਾਲ ਕਰਾਤਾ ਸੀ। she would take care of her sons and of me, ਤੇ ਉਹਨੇ ਮੇਰਾ ਵੀ ਧਿਆਨ ਰੱਖਿਆ, ਘਰ ਦਾ ਵੀ ਧਿਆਨ ਰੱਖਿਆ, ਪੁੱਤਾਂ ਦਾ ਵੀ ਧਿਆਨ ਰੱਖਿਆ। the younger son worked as an electrician, ਤੇ ਜਿਹੜਾ ਛੋਟਾ ਬੇਟਾ ਸੀ ਮੇਰਾ ਉਹ ਬਿਜਲੀ ਦਾ ਕੰਮ ਕਰਦਾ ਸੀ। ਬੂਆ kept narrating everything, ਤੇ ਬੂਆ ਗੱਲਾਂ ਦੱਸਦੀ ਰਹੀ। well then, ਫਿਰ ਮੈਂ ਪੁੱਛਿਆ ਅੱਛਾ ਫਿਰ ਕੀ ਹੋਇਆ? this son also became addicted to drugs, ਤੇ ਮੇਰਾ ਜਿਹੜਾ ਛੋਟਾ ਪੁੱਤ ਸੀ ਜਿਹਦਾ ਵਿਆਹ ਮੈਂ ਕਰਾਇਆ ਸੀ ਆਪਣੀ ਨੂੰਹ ਦੇ ਨਾਲ, ਵੱਡੀ ਨੂੰਹ ਦੇ ਨਾਲ, ਉਹਨੂੰ ਵੀ ਨਸ਼ਿਆਂ ਦੀ ਲੱਤ ਲੱਗ ਗਈ ਸੀ। he had lost his father and his friends were unemployed and vicious। ਹੁਣ ਉਹ ਜਿਹੜਾ ਛੋਟਾ ਪੁੱਤ ਸੀ, ਇੱਕ ਤਾਂ ਉਹਨੇ ਆਪਣੇ ਫਾਦਰ ਗਵਾਚਦੇ ਸੀ ਜਿਹੜੇ ਤਹਿਸੀਲ ਦੇ ਵਿੱਚ ਲੱਗੇ ਹੋਏ ਸੀ, ਯਾਨੀ ਬੂਆ ਦੇ ਹਸਬੈਂਡ, ਤੇ ਉਹਦੇ ਜਿਹੜੇ ਦੋਸਤ ਸੀ ਉਹ ਵੀ ਕੰਮ ਨਹੀਂ ਕਰਦੇ ਸੀ ਤੇ ਬੜਾ ਨਸ਼ੇ ਵਾਂਗ ਉਹਨੂੰ ਨਾ ਜ਼ਹਿਰ ਘੋਲਦੇ ਰਹਿੰਦੇ ਸੀ। ਕਰਮੀ, ਮਾਈ ਡਾਟਰ ਇਨ ਲਾਅ ਵਾਸ ਵਾਈਜ਼, ਤੇ ਮੇਰੀ ਜਿਹੜੀ ਨੂੰਹ ਸੀ ਕਰਮੀ ਜਿਹਦਾ ਉਹਦੇ ਨਾਲ ਵਿਆਹ ਹੋਇਆ ਸੀ ਉਹ ਸਮਝਦਾਰ ਸੀ। used to say, ਉਹ ਕੀ ਕਹਿੰਦੀ ਸੀ? leave the job and let's get settled abroad, ਵੀ ਤੁਸੀਂ ਇਹ ਨੌਕਰੀ ਛੱਡ ਦਿਓ ਤੇ ਅਸੀਂ ਬਾਹਰ ਜਾ ਕੇ ਸੈਟਲ ਹੋ ਜਾਂਦੇ ਹਾਂ। at least we will get rid of the drugs, at least ਸਗੋਂ ਇਹ ਤਾਂ ਹੋਏਗਾ ਬਾਹਰ ਜਾ ਕੇ ਨਸ਼ਿਆਂ ਤੋਂ ਤਾਂ ਦੂਰ ਹੋ ਜਾਾਂਗੇ। seeing the ruined house, I liked what my daughter-in-law said, ਹੁਣ ਮੈਂ ਦੇਖ ਲਿਆ ਸੀ ਵੀ ਪੂਰਾ ਦਾ ਪੂਰਾ ਘਰ ਜਿਹੜਾ ਉਹ ਉਜੜ ਗਿਆ ਤੇ ਮੈਨੂੰ ਉਹਦੀ ਸਲਾਹ ਵਧੀਆ ਲੱਗੀ ਵੀ ਇੱਕ ਪੁੱਤ ਤਾਂ ਬਚ ਜੇ। considering the unfortunate sort wise, I had transferred my property in this son's name, ਮੈਂ ਸੋਚਿਆ ਵੀ ਹੁਣ ਮੈਂ ਤਾਂ ਬਜ਼ੁਰਗ ਹੋ ਗਈ, ਇੰਨੀ ਕਰੋੜਾਂ ਦੀ ਪ੍ਰਾਪਰਟੀ ਹੈ ਤੇ ਮੈਂ ਉਹ ਆਪਣੇ ਪੁੱਤ ਦੇ ਨਾਂ ਕਰਤੀ ਸੀ, ਛੋਟੇ ਵਾਲੇ ਤੇ। he sold the whole property for a knockdown price, ਤੇ ਉਹਨੇ ਸਾਰਾ ਦਾ ਸਾਰਾ ਜਿਹੜੀ ਜ਼ਮੀਨ ਸੀ ਸਾਰੀ ਬੜੇ ਸਸਤੇ ਦਾਮ ਦੇ ਵਿੱਚ ਵੇਚਤੀ ਸੀ ਕਿਉਂਕਿ ਉਹਨੂੰ ਨਸ਼ੇ ਦੀ ਲੱਤ ਸੀ, ਪੈਸੇ ਦੀ ਲੋੜ ਸੀ। then the daughter-in-law passed the test needed to go abroad, ਤੇ ਇਹਨੇ ਨੂੰ ਮੇਰੀ ਜਿਹੜੀ ਨੂੰਹ ਸੀ ਉਹਨੇ ਉਹ ਟੈਸਟ ਪਾਸ ਕਰ ਲਿਆ ਸੀ ਜਿਹੜਾ ਬਾਹਰ ਜਾਣ ਦੇ ਲਈ ਜ਼ਰੂਰੀ ਹੁੰਦਾ ਹੈ। the visa arrived, ਉਹਦਾ ਵੀਜ਼ਾ ਆ ਗਿਆ ਸੀ। the money left at home was spent on going abroad, ਜਿਹੜੇ ਪੈਸੇ ਘਰੇ ਬਚ ਗਏ ਸੀ ਉਹ ਬਾਹਰ ਜਾਣ ਵਿੱਚ ਉਹਨੇ ਯੂਜ਼ ਕਰ ਲਏ, ਟਿਕਟਾਂ ਖਰੀਦਣੀਆਂ ਬਾਕੀ ਸਭ। all of them including my two grandsons and my youngest son ਜੱਸੀ shifted to Canada, ਤੇ ਫਿਰ ਸਾਰਾ ਦਾ ਸਾਰਾ ਪਰਿਵਾਰ, ਮੇਰਾ ਜਿਹੜਾ ਛੋਟਾ ਪੁੱਤ ਸੀ, ਮੇਰੇ ਜਿਹੜੇ ਪੋਤੇ ਸੀ, ਸਾਰੇ ਕੈਨੇਡਾ ਚਲੇ ਗਏ। and lived well and ate well there, ਉੱਥੇ ਜਾ ਕੇ ਹਸੀ ਖੁਸ਼ੀ ਨਾਲ ਵਧੀਆ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ। the daughter-in-law would often call up and say, other drugs are not available here, however Jessie does not refrain from consuming alcohol, ਤੇ ਉੱਥੇ ਜਾ ਕੇ ਕੈਨੇਡਾ ਜਾ ਕੇ ਮੇਰੀ ਨੂੰਹ ਨੇ ਫੋਨ ਕਰਦੀ ਸੀ, ਮੈਨੂੰ ਦੱਸਦੀ ਸੀ ਵੀ ਇੱਥੇ ਬਾਕੀ ਸਾਰੇ ਜਿਹੜੇ ਨਸ਼ੇ ਨੇ ਉਹ ਤਾਂ ਨਹੀਂ ਮੌਜੂਦ ਪਰ ਇੱਥੇ ਸ਼ਰਾਬ ਤਾਂ ਵਿਕਦੀ ਹੈ ਨਾ, ਉਹ ਵੀ ਇੱਕ ਨਸ਼ਾ ਹੀ ਹੈ। he has quitted his job, ਤੇ ਜਿਹੜਾ ਜੱਸੀ ਹੈਗਾ ਉਹਨੇ ਆਪਣੀ ਜੌਬ ਵੀ ਇੱਥੇ ਛੱਡਤੀ ਕੈਨੇਡਾ ਆ ਕੇ। has even started beating, ਤੇ ਮੈਨੂੰ ਮਾਰਨਾ ਪਿੱਟਣਾ ਵੀ ਸ਼ੁਰੂ ਕਰਤਾ ਹੈ। foreigner Jesse also got ruined and died due to alcohol, ਹੁਣ ਜਿਹੜਾ ਪੁੱਤ ਸੀ ਇੱਥੇ ਨਸ਼ਿਆਂ ਚੋਂ ਬਾਹਰ ਚਲਾ ਗਿਆ ਸੀ ਪਰ ਉੱਥੇ ਜਾ ਕੇ ਉਹਨੂੰ ਸ਼ਰਾਬ ਦੀ ਲੱਤ ਉਹਦੇ ਤੋਂ ਨਹੀਂ ਛੁੱਟੀ ਤੇ ਉੱਥੇ ਜਾ ਕੇ ਉਹਦੀ ਮੌਤ ਹੋ ਗਈ ਸ਼ਰਾਬ ਪੀਂਦੇ ਪੀਂਦੇ। ਬੂਆ, you are very courageous, a mountain of disasters has crashed upon you, ਤੇ ਮੈਂ ਕਿਹਾ ਵੀ ਬੂਆ ਤੁਸੀਂ ਤਾਂ ਬਹੁਤ ਜ਼ਿਆਦਾ ਹਿੰਮਤ ਵਾਲੇ ਹੈਗੇ ਹੋ, ਤੁਹਾਡੇ ਉੱਤੇ ਤਾਂ ਆਫਤਾਂ ਦਾ ਜਿਹੜਾ ਪਹਾੜ ਹੈ ਉਹ ਤਾਂ ਉਹ ਹੀ ਟੁੱਟਿਆ ਹੋਇਆ। son, this is nothing new, ਬੇਟਾ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ। listen,
what else I have got to say, अजे सुन मैं होर भी दसने तेनू, अजे कहानी खत्म नहीं हुई, मेरे तो दोनों पुत खत्म हो गए। Now I am staying with my third son Manjeet, हुन मेरे जेड़े नाल रह रहे है वो मेरा तीजा पुत है मंजीत। He was working at the Department of Revenue on contract basis, ਤੇ ਮੇਰਾ ਤੀਜਾ ਪੁੱਤ ਕੰਟਰੈਕਟ ਤੇ ਲੱਗਿਆ ਹੋਇਆ ਸੀ, ਮਤਲਬ ਪੱਕੀ ਨੌਕਰੀ ਨਹੀਂ ਸੀ, ਤੇ ਕਿੱਥੇ ਡਿਪਾਰਟਮੈਂਟ ਆਫ ਰੈਵਨਿਊ ਚ ਲੱਗਿਆ ਹੋਇਆ ਸੀ, ਯਾਨੀ ਮਾਲ ਪੈਸੇ ਦਾ ਜਿਹੜਾ ਵਿਭਾਗ ਹੁੰਦਾ ਹੈ ਉੱਥੇ। He turned out to be even worse than the dead, ਤੇ ਮਰਿਆ ਨਾਲੋਂ ਤਾਂ ਉਹ ਹੋਰ ਵੀ ਬੱਤਰ ਨਿਕਲਿਆ, ਮਤਲਬ ਜਿਹੜੇ ਦੋ ਪੁੱਤ ਚਲੇ ਗਏ ਸੀ ਉਹਨਾਂ ਤੋਂ ਵੀ ਬੱਤਰ ਨਿਕਲਿਆ। His wife Jeeti also teaches in a nearby private school, ਉਹਦੀ ਵਾਈਫ ਹੈਗੀ ਹੈ ਜੀਤੀ ਮੇਰੀ ਦੂਜੀ ਨੂੰ, ਉਹ ਨੇੜੇ ਹੀ ਇੱਕ ਸਰਕਾਰੀ ਨਹੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਂਦੀ ਹੈ। He started earning money through fraudulent means, ਤੇ ਉਹਨੇ ਬੰਦੇ ਨੇ, ਮੇਰਾ ਜਿਹੜਾ ਤੀਜਾ ਪੁੱਤ ਸੀ ਮਨਜੀਤ, ਉਹਨੇ ਧੋਖੇ ਨਾਲ ਪੈਸੇ ਕਮਾਣੇ ਸ਼ੁਰੂ ਕਰਤੇ, ਰਿਸ਼ਵਤ ਲੈਣੀ ਸ਼ੁਰੂ ਕਰਤੀ। Spent time in the company of senior officers, ਵੱਡੇ ਅਫਸਰਾਂ ਦੇ ਨਾਲ ਉਹਨੇ ਟਾਈਮ ਬਿਤਾਉਣਾ ਸ਼ੁਰੂ ਕਰਤਾ। He started living a luxurious life in big hotels, ਤੇ ਕਿਉਂਕਿ ਵੱਡੇ ਅਫਸਰਾਂ ਨਾਲ ਰਹਿੰਦਾ ਸੀ ਤੇ ਪੈਸੇ ਉਡਾਣੇ, ਵੱਡੇ ਵੱਡੇ ਹੋਟਲਾਂ 'ਚ ਰਹਿਣਾ, ਐਸ਼ੋ ਆਰਾਮ ਦੀ ਜ਼ਿੰਦਗੀ ਜੀਣਾ ਉਹਦਾ ਲੱਤ ਲੱਗ ਗਈ ਸੀ। He stayed out of house for several days and did not even give a penny to his family. ਕਿੰਨੇ ਦਿਨਾਂ ਤੱਕ ਘਰ ਤੋਂ ਬਾਹਰ ਰਹਿੰਦਾ ਸੀ ਤੇ ਘਰੇ ਇੱਕ ਪੈਸਾ ਵੀ ਨਹੀਂ ਦਿੰਦਾ ਸੀ ਪਰਿਵਾਰ ਦੇ ਖਰਚ ਲਈ। My daughter-in-law is making both ends meet, यानी वही पैसे कमा के सानू खाना दे रही है, and feeds me also with her salary, ते अपने बच्चों नू तां खिला रही है नाले मैनू भी खाना खिला रही है अपनी सैलरी दे नाल। My daughter-in-law tries a lot to stop him, वो मेरी जिहड़ी नूंह है उहनू रोकण दी बहुत कोशिश करदी है भी ये जिहा लाइफस्टाइल जिहड़ा है शौक ना रखे। Gets beaten up and becomes helpless, ते मेरा जिहड़ा पुत्त है उहनू मारदा है ਤੇ ਫਿਰ ਉਹ ਵਿਚਾਰੀ ਕੀ ਕਰੇ। It has come to my knowledge that Manjeet has been fired from his job by his department, ਤੇ ਮੇਰੇ ਤਾਂ ਇਹ ਵੀ ਸੁਣਨ ਚ ਆਇਆ ਵੀ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। From alcohol he has got addicted to smack, ਹੁਣ ਪਹਿਲਾਂ ਤਾਂ ਸ਼ਰਾਬ ਪੀਂਦਾ ਸੀ, ਹੁਣ ਨਸ਼ਿਆਂ 'ਚ ਪੈ ਗਿਆ, ਸਮੈਕ ਖਾਣ ਪੀਣ ਲੱਗ ਗਿਆ। In the bad company of his worthless friends he has become homeless for many months, ਹੁਣ ਤਾਂ ਕਿੰਨੇ ਮਹੀਨੇ ਹੋ ਗਏ ਆਪਣੇ ਅਵਾਰਾ ਦੋਸਤਾਂ ਦੇ ਨਾਲ, ਮਹੀਨਿਆਂ ਤੋਂ ਘਰ ਤੋਂ ਹੀ ਬਾਹਰ ਰਹਿੰਦਾ ਹੈ ਉਹ। His vicious friends took full advantage of his addiction, ਤੇ ਉਹਦੇ ਜਿਹੜੇ ਨਸ਼ੀਲੇ ਦੋਸਤ ਹੈਗੇ ਨੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੇ ਉਹਦਾ ਪੂਰਾ ਫਾਇਦਾ ਚੱਕਿਆ ਵੀ ਉਹਨੂੰ ਵੀ ਲੱਤ ਹੈਗੀ ਹੈ ਤੇ ਤੂੰ ਪੈਸੇ ਵੀ ਕਮਾਈ ਜਾਈਏ ਤੇ ਇਹਨੂੰ ਵੀ ਲੱਤ ਲਾ ਦਈਏ। How come ਬੂਆ, I said sorrowfully, ਵੀ ਮੈਂ ਪੁੱਛਿਆ ਦੁੱਖ ਨਾਲ ਵੀ ਬੂਆ ਦੋਸਤਾਂ ਨੇ ਕਿਵੇਂ ਉਹਦਾ ਫਾਇਦਾ ਚੱਕਿਆ। Just don't ask. He had even sold this house to his cunning drug addict friends. ਫਾਇਦਾ ਕਿਵੇਂ ਚੁੱਕਿਆ ਦੋਸਤਾਂ ਨੇ, ਇਹ ਦੱਸਿਆ ਬੂਆ ਨੇ ਵੀ ਪੁੱਛੋ ਹੀ ਨਾ, ਉਹਨੇ ਤਾਂ ਇੱਕ ਘਰ ਵੀ ਗਿਰਵੀ ਰੱਖਤਾ ਆਪਣੇ ਨਸ਼ੇ ਵਾਲੇ ਦੋਸਤਾਂ ਦੇ ਕਹੇ ਤੇ। They had come to take possession of this house, ਉਹ ਤਾਂ ਇਸ ਘਰ ਦਾ ਜਿਹੜਾ possession ਹੈਗਾ ਉਹ ਲੈਣ ਆਏ ਸੀ, ਵੀ ਜਿਹੜੇ ਕਾਗਜ਼ ਹੈਗੇ ਨੇ ਉਹਨਾਂ ਕੋਲ ਹੈਗੇ ਨੇ ਤੇ ਉਹ ਕਬਜ਼ਾ ਲੈਣ ਆਏ ਸੀ ਘਰ ਦਾ। Came to know after going through the papers, ਉਹ ਤਾਂ ਕਾਗਜ਼ ਮੈਂ ਦੇਖੇ ਤਾਂ ਮੈਨੂੰ ਸਮਝ ਆਇਆ ਵੀ ਇਹ ਤਾਂ ਘਰ ਵੀ ਵਿਕ ਚੁੱਕਿਆ ਹੈ, ਉਹ ਕਬਜ਼ਾ ਲੈਣ ਆਏ ਨੇ। This rogue made your bua visit the police station quite often, ਤੇ ਇਹ ਜਿਹੜਾ ਬਿਹੇਵੀਅਰ ਸੀ, ਜਿਹੜਾ ਵਰਤਾਵ ਸੀ, ਇਹਦੇ ਕਰਕੇ ਮੈਂ ਕਿੰਨੀ ਵਾਰ ਪੁਲਿਸ ਦੇ ਗੇੜੇ ਕੱਢੇ। What kind of a son is he when he could not safeguard even your honor? ਉਹ ਕਹਿੰਦੀ ਵੀ ਗੁੰਡੇ ਆ ਕੇ ਇੱਥੇ ਘੁੰਮਦੇ ਸੀ ਤੇ ਇਹਦੇ ਕਰਕੇ ਮੈਨੂੰ ਪੁਲਿਸ ਦੇ ਚੱਕਰ ਲਾਣੇ ਪੈਂਦੇ ਸੀ। ਕਿਹੋ ਜਿਹਾ ਪੁੱਤ ਹੈਗਾ ਜਿਹੜੀ ਆਪਣੀ ਮਾਂ ਦਾ ਦੇਖਭਾਲ ਨਹੀਂ ਕਰ ਪਾਇਆ, ਘਰ ਨੂੰ ਨਹੀਂ ਬਚਾ ਪਾਇਆ, ਬੀਵੀ ਬੱਚਿਆਂ ਨੂੰ ਨਹੀਂ ਦੇਖ ਪਾਇਆ। This words came out of me in a fit of sorrow, ਤੇ ਇਹ ਜਿਹੜੇ ਸ਼ਬਦ ਸੀ ਇਹ ਮੇਰੇ ਅੰਦਰੋਂ ਨਿਕਲੇ ਦੁਖੀ ਹੁੰਦੇ ਹੋਏ। ਮੈਂ ਬੂਆ ਨੂੰ ਇਹ ਕਿਹਾ ਨਾ ਵੀ ਕਿਹੇ ਜਿਹੀ ਜ਼ਿੰਮੇਵਾਰੀ ਉਹਨੇ ਨਿਭਾਈ ਹੈ ਪੁੱਤਰ ਹੋਣ ਦੀ, ਜਿਹੜਾ ਤੁਹਾਡੀ ਇੱਜ਼ਤ ਦੀ ਰਾਖੀ ਨਹੀਂ ਕਰ ਪਾਇਆ, ਤੁਹਾਨੂੰ सम्मान नहीं दे पाया। This Jeeti sold her jewelry, ਤੇ ਉਹ ਕਹਿੰਦੀ ਹੈ ਵੀ ਜੀਤੀ ਜਿਹੜੀ ਮੇਰੀ ਨੂੰਹ ਹੈ ਉਹਨੇ ਤਾਂ ਆਪਣੇ ਗਹਿਣੇ ਵੇਚਤੇ। Saved the house again after paying the price for this house, ਉਹਨੇ ਘਰ ਬਚਾਇਆ, ਆਪਣੇ ਹੀਰੇ ਜਿਹੜੇ ਸੋਨਾ ਸੀ ਜਿੰਨੇ ਵੀ ਆਪਣੀ ਜੁਐਲਰੀ ਸੀ ਉਹ ਸਾਰੇ ਵੇਚ ਕੇ ਵਿਚਾਰੀ ਨੇ ਨੂੰਹ ਨੇ ਘਰ ਵਾਪਸ ਲਿਆ, ਕਿਉਂਕਿ ਉਹ ਤਾਂ ਐਵੇਂ ਵੇਚ ਆਇਆ ਸੀ ਮੇਰਾ ਪੁੱਤ।
says this is the house of my mother like mother-in-law। ਤੇ ਉਹ ਕਹਿੰਦੀ ਵੀ ਇਹ ਮੇਰੀ ਮਾਂ ਵਰਗੀ ਮੇਰੀ ਸੱਸ ਦਾ ਘਰ ਹੈਗਾ, ਮੈਂ ਇਹਨੂੰ ਵਿਕਣ ਨਹੀਂ ਦੇਣਾ। ਮੇਰੀ ਨੂੰਹ ਨੇ ਕਿਹਾ no matter even if I have to live a hellish life here I will die in this house। ਉਹ ਕਹਿੰਦੀ ਬੇਸ਼ੱਕ ਮੈਨੂੰ ਇੱਥੇ ਨਰਕ ਮਿਲੇ, ਮੈਂ ਇੱਥੇ ਹੀ ਮਰ ਜਾਣਾ, ਕੋਈ ਗੱਲ ਨਹੀਂ, ਮੈਂ ਕਿਤੇ ਨਹੀਂ ਜਾਣਾ ਇੱਥੇ ਛੱਡ ਕੇ ਇਸ ਘਰ ਨੂੰ, ਆਪਣੀ ਮਾਂ ਵਰਗੀ ਸੱਸ ਨੂੰ। once the owner of crores of asset, ਕਰੋੜਾਂ ਦੇ ਪ੍ਰੋਪਰਟੀ ਦੀ ਜਿਹੜੀ ਮਾਲਕ ਸੀ, now I have become homeless, ਹੁਣ ਤਾਂ ਮੇਰੇ ਕੋਲ ਘਰ ਵੀ ਨਹੀਂ ਹੈ। due to the heinous deeds, ਜਿਹੜੀਆਂ ਬੁਰੇ ਕੰਮ ਸੀ of my bibulous sons, ਜਿਹੜੇ ਮੇਰੇ ਪੁੱਤ ਸੀ, ਉਹਨਾਂ ਦੇ ਜਿਹੜੇ ਕੰਮ ਸੀ, ਉਹਨਾਂ ਦੀ ਜਿਹੜੀ ਸੰਗਤ ਸੀ, ਉਹਦੇ ਕਰਕੇ ਮੈਂ ਹੁਣ ਇੱਥੇ ਫਸ ਗਈ ਹਾਂ। what family, ਕੀ ਪਰਿਵਾਰ। my daughter-in-laws are better than these sort of bibulous sons, ਮੇਰੇ ਇਹਨਾਂ ਪੁੱਤਾਂ ਤੋਂ ਵਧੀਆ ਤਾਂ ਮੇਰੀ ਨੂੰਹਾਂ ਹੈਗੀਆਂ ਨੇ। at least they are safeguarding the honor of the house, ਘੱਟੋ ਘੱਟ ਉਹ ਸਾਡੇ ਘਰ ਦੀ ਰਾਖੀ ਤਾਂ ਕਰ ਰਹੀਆਂ ਨੇ, ਇੱਜ਼ਤ ਤਾਂ ਬਚਾ ਰਹੀਆਂ ਨੇ। ਬੂਆ was crying, ਬੂਆ ਰੋ ਰਹੀ ਸੀ। it just seemed to me that at this disastrous time, when a mountain of sorrows was given to her by her heinous sons, the daughter-in-laws were like God to her। ਇਸ ਟਾਈਮ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਇਸ ਸਮੇਂ ਜਦ ਇੰਨਾ ਵੱਡਾ ਤੂਫਾਨ ਉਹਨਾਂ ਦੀ ਜ਼ਿੰਦਗੀ 'ਚ ਆਇਆ ਹੋਇਆ ਹੈ, ਉਹਨਾਂ ਦੇ ਪੁੱਤਾਂ ਨੇ ਹੀ ਉਹਨਾਂ ਨੂੰ ਇਹ ਤੂਫਾਨ ਲਿਆ ਕੇ ਦਿੱਤਾ ਹੈ, ਖੜਾ ਕੀਤਾ ਹੈ, ਉਸ ਟਾਈਮ ਤੇ ਉਹਨਾਂ ਦੀ ਜਿਹੜੀ ਨੂੰਹਾਂ ਹੈਗੀਆਂ ਨੇ ਉਹ ਤਾਂ ਉਹਨਾਂ ਵਾਂਗ ਰੱਬ ਦਾ ਰੂਪ ਹੈਗੀਆਂ ਨੇ ਉਹਨਾਂ ਲਈ। A year later, when Bua's phone rang, I was frightened। ਤੇ ਉਸ ਘਟਨਾ ਤੋਂ ਬਾਅਦ ਮੈਂ ਆਪਣੇ ਘਰ ਚਲਾ ਗਿਆ ਸਾਰੀ ਕਹਾਣੀ ਸੁਣਨ ਤੋਂ ਬਾਅਦ, ਤੇ 1 ਸਾਲ ਬਾਅਦ ਜਦ ਬੂਆ ਦਾ ਫੋਨ ਆਇਆ ਤੇ ਮੈਨੂੰ ਡਰ ਲੱਗ ਰਿਹਾ ਸੀ that it might be the message of death of her addicted son। ਮੈਨੂੰ ਇਹ ਲੱਗ ਰਿਹਾ ਸੀ ਵੀ ਜਿਹੜਾ ਤੀਜਾ ਪੁੱਤ ਹੈਗਾ ਨਸ਼ੇ ਦੇ ਵਿੱਚ, ਸ਼ਾਇਦ ਉਹਦੀ ਮੌਤ ਹੋ ਗਈ ਨਸ਼ੇ ਕਰਕੇ। everything was fine। ਬੂਆ talked for a long time। ਤੇ ਜਦ ਬੂਆ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਵੀ ਸਭ ਕੁਝ ਠੀਕ ਹੈਗਾ, ਤੇ ਉਹਨਾਂ ਨੇ ਮੇਰੇ ਨਾਲ ਬਹੁਤ ਲੰਬਾ ਟਾਈਮ ਗੱਲਬਾਤ ਕੀਤੀ ਫੋਨ ਤੇ। she said, ਉਹਨਾਂ ਨੇ ਕੀ ਕਿਹਾ, your drug addict son-in-law has returned। God bless Gurdeep Singh who came to us in the form of God। ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਘਰ ਦਾ ਜਿਹੜਾ son-in-law ਹੈ, ਯਾਨੀ ਆਪਾਂ ਕਹਿ ਸਕਦੇ ਜਵਾਈ ਹੈਗਾ, ਉਹ ਵਾਪਸ ਆ ਗਿਆ ਹੈ। ਰੱਬ ਮਿਹਰ ਬਰਸਾਏ ਗੁਰਦੀਪ ਸਿੰਘ ਤੇ, ਜੋ ਰੱਬ ਦਾ ਇੱਕ ਰੂਪ ਬਣ ਕੇ ਆਇਆ ਸਾਡੇ ਲਈ। when no one gave food to the addict who had left his home, Gurdeep Singh, who saved my son from the clutches of death and left him here, was saying that he had no son of his own। ਤੇ ਇਦਾਂ ਦੀ ਗੱਲ ਹੋਈ ਵੀ ਜਦ ਗੁਰਦੀਪ ਸਿੰਘ ਆਇਆ ਪੁੱਤ ਨੂੰ ਲੈ ਕੇ ਮੇਰੇ ਇੱਥੇ son-in-law ਕਿਉਂ ਕਿਹਾ, ਕਿਉਂਕਿ ਉਹ ਕਿਸੇ ਹੋਰ ਨਾਲ ਗੱਲ ਕਰ ਰਹੇ ਨਾ ਬੂਆ ਜੀ, ਤੇ ਉਹਨਾਂ ਨੂੰ ਸਮਝਾ ਰਹੇ ਨੇ, ਪਰ ਹੈ ਤਾਂ ਉਹਨਾਂ ਦਾ ਪੁੱਤ ਹੀ। ਤੇ ਉਹ ਕਹਿੰਦਾ ਵੀ ਗੁਰਦੀਪ ਸਿੰਘ ਜਿਹੜਾ ਰੱਬ ਦਾ ਰੂਪ ਬਣ ਕੇ ਮੇਰੇ ਪੁੱਤ ਨੂੰ ਮੇਰੇ ਕੋਲ ਲੈ ਕੇ ਆਇਆ। ਅਸਲ ਕਹਾਣੀ ਇਹ ਹੈਗੀ ਹੈ ਵੀ ਜਦ ਮੇਰੇ ਨਸ਼ੇੜੀ ਪੁੱਤ ਨੂੰ ਕੋਈ ਵੀ ਖਾਣਾ ਨਹੀਂ ਦੇ ਰਿਹਾ ਸੀ, ਜਦ ਉਹਨੇ ਘਰ ਛੱਡਤਾ ਸੀ, ਉਸ ਟਾਈਮ ਤੇ ਗੁਰਦੀਪ ਸਿੰਘ ਨੇ ਮੇਰੇ ਪੁੱਤ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਤੇ ਇੱਥੇ ਉਹ ਛੱਡ ਕੇ ਗਿਆ। ਕਿਉਂ ਕਰ ਰਿਹਾ ਸੀ, ਕਿਉਂਕਿ ਉਹ ਦੱਸਦਾ ਵੀ ਮੇਰਾ ਆਪਣਾ ਕੋਈ ਪੁੱਤ ਨਹੀਂ ਹੈ। Considering him his own son, at first he got him admitted at the de-addiction center for 2 or 3 months। ਉਹਨੂੰ ਆਪਣਾ ਪੁੱਤ, ਮੇਰੇ ਪੁੱਤ ਨੂੰ ਆਪਣਾ ਪੁੱਤ ਸਮਝਦੇ ਹੋਏ ਉਹਨੂੰ ਪਹਿਲਾਂ ਉਹਨੇ 2 ਤੋਂ 3 ਮਹੀਨੇ ਤੱਕ ਇੱਕ ਡੀ-ਐਡਿਕਸ਼ਨ ਸੈਂਟਰ, ਜਿੱਥੇ ਨਸ਼ੇ ਛੁਡਵਾਏ ਜਾਂਦੇ ਨੇ, ਉੱਥੇ ਉਹਦਾ ਦਾਖਲਾ ਕਰਾਤਾ। then made him work in the field। ਉਸ ਤੋਂ ਬਾਅਦ ਉਹ ਤੋਂ ਖੇਤੀ ਵੀ ਕਰਾਈ। consoled him day and night to set his mind at ease। ਤੇ ਉਹਦੀ ਰੋਜ਼ ਕਾਉਂਸਲਿੰਗ ਕੀਤੀ, ਉਹਨੂੰ ਸਮਝਾਇਆ, ਪਿਆਰ ਨਾਲ ਪੁਸਲਾਇਆ। he also became his true friend and sympathizer। ਤੇ ਉਹ ਉਸਦਾ ਸੱਚਾ ਦੋਸਤ ਵੀ ਬਣ ਗਿਆ ਤੇ ਨਾਲ ਦੀ ਨਾਲ ਉਹਨੂੰ ਸਿੰਪਥੀ ਵੀ ਦਿੰਦਾ ਸੀ, ਭਰੋਸਾ ਵੀ ਦਿੰਦਾ ਸੀ। this Manjeet works tirelessly in the fields day and night। ਤੇ ਉਹ ਕਹਿੰਦਾ ਵੀ ਇਹ ਜੋ ਮੇਰਾ ਪੁੱਤ ਬਣਿਆ, ਜਿਹਨੂੰ ਮੈਂ ਆਪਣਾ ਪੁੱਤ ਸਮਝਿਆ, ਤੇ ਮਨਜੀਤ ਹੈਗਾ ਜਿਹਦਾ ਨਾਂ, ਉਹ ਹੁਣ ਦਿਨ ਰਾਤ ਮਿਹਨਤ ਕਰਦਾ ਹੈਗਾ ਖੇਤਾਂ ਵਿੱਚ। the son's remorse that led to repentance, forgiving grief to his mother and making his wife shed tears, made the homecoming possible। ਉਹ ਕਹਿੰਦੇ ਵੀ ਜਿੰਨਾ ਦੁੱਖ ਸੀ ਵੀ ਇੱਕ ਮਾਂ ਨੂੰ
कि मैं अपना पुੱਤ गवा देना है, वो मेरे हत्थां चों बाहर चला गया, या जिन्ने उहदी वाइफ ने हंझू बहाए सी वो सारे पूरे हो गए जदों घर वापस आ गया सुधर के। सेज सरदार गुरजीत सिंह ने गल कही गुरजीत सिंह ने भी तुहाडा पुੱਤ जिहड़ा है हुण सियाणा बन के वापस आ गया, तुहाडी नूंह दे करम हैगे ते तुहाडा दुख जिहड़ा है वो रब ने कोले आके सुनिया। Your lion son will work as usual in the fields। हुण तुहाडा शेर पुੱਤ काम करेगा खेतां विच जिवें ਉਹ ਮੇਰੇ ਕੋਲ काम करदा सी। Get monthly salary also ते ਉਹ हुण महीने दर महीने कमाएगा भी। Now don't trouble yourself anymore। हुण अपने आप ਨੂੰ ਜ਼ਿਆਦਾ ਦੁੱਖ ਨਾ ਦੋ। Calm down and set your heart to work। हुण ਦੁੱਖ ਨਾ ਦੋ ਤੇ अपने दिल ਨੂੰ आराम दो, अपने शरीर ਨੂੰ आराम दो। Your son has improved। ਤੁਹਾਡਾ ਪੁੱਤ ਜਿਹੜਾ ਉਹ ਸੁਧਰ ਗਿਆ ਹੈ। Your daughter-in-law is also overwhelmed with bliss। ਤੇ ਤੁਹਾਡੀ ਜਿਹੜੀ ਨੂੰਹ ਹੈਗੀ ਹੈ ਉਹ ਵੀ ਹੁਣ ਬਹੁਤ ਜ਼ਿਆਦਾ ਖੁਸ਼ ਹੈਗੀ ਹੈ ਵੀ ਮੇਰਾ ਹਸਬੈਂਡ ਜਿਹੜਾ ਵਾਪਸ ਆ ਗਿਆ। Now you can move around and say that if a person is remorseful and repents for his mistakes, he should be forgiven and not considered a culprit anymore। ਤੇ ਉਹ ਕਹਿੰਦਾ ਵੀ ਹੁਣ ਤੁਸੀਂ ਇੱਧਰ ਉੱਧਰ ਘੁੰਮੋ ਤੇ ਜੇ ਕੋਈ ਰਾਤ ਦਾ ਭੁੱਲਿਆ ਜਾਂ ਸ਼ਾਮ ਦਾ ਭੁੱਲਿਆ ਘਰ ਵਾਪਸ ਆ ਜਾਏ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ, ਉਹਦੀ ਗਲਤੀ ਤੋਂ ਆਜ਼ਾਦ ਕਰ ਦੇਣਾ ਚਾਹੀਦਾ, ਕਿਉਂਕਿ ਉਹਨੂੰ ਆਪਣੀ ਗਲਤੀ ਰਿਅਲਾਈਜ਼ ਹੋ ਗਈ ਹੈ, ਉਹਨੂੰ ਪਛਤਾਵਾ ਹੋ ਗਿਆ। Bua's long-winded talk was constantly responded to by me। ਤੇ ਬੁਆ ਦੀ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ ਇਹਦਾ ਮੈਂ ਲਗਾਤਾਰ ਜਵਾਬ ਦਿੰਦਾ ਜਾ ਰਿਹਾ ਸੀ। The sorrowful heart heaved a sigh of relief। Heave ਦਾ ਮਤਲਬ ਜਿਵੇਂ ਆਪਾਂ ਲੰਬਾ ਜਿਹਾ ਸਾਹ ਨਹੀਂ ਲੈਂਦੇ, ਦੁੱਖ ਸੀ ਦਿਲ ਦੇ ਵਿੱਚ ਬਹੁਤ, ਪਰ ਫਿਰ ਮੈਂ ਇੱਕ ਲੰਬਾ ਸਾਹ ਲਿਆ ਵੀ ਚੱਲ ਸ਼ੁਕਰ ਹੈ। My last words were, ਮੇਰੇ ਆਖਰੀ ਜਿਹੜੇ ਸ਼ਬਦ ਸੀ ਫੋਨ ਤੇ ਉਹ ਸੀ, Your Manjeet has won the battle of his mind। ਤੁਹਾਡੇ ਮਨਜੀਤ ਨੇ ਆਪਣੇ ਦਿਲ ਦੀ ਲੜਾਈ ਜਿੱਤ ਲਈ ਹੈ। Your daughter-in-laws are indeed better than your unfilial sons। ਤੁਹਾਡੀ ਜਿਹੜੀ ਨੂੰਹਾਂ ਹੈਗੀਆਂ ਨੇ ਉਹ ਤੁਹਾਡੇ ਪੁੱਤਾਂ ਤੋਂ ਵੀ ਬਿਹਤਰ ਹੈਗੀਆਂ ਨੇ, ਵਧੀਆ ਹੈਗੀਆਂ ਨੇ। But this unfilial son of yours has transformed into a filial son। ਤੇ ਹੁਣ ਜਿਹੜਾ ਤੁਹਾਡਾ ਰੂੜ ਪੁੱਤ ਸੀ, ਜਿਹੜਾ ਤੁਹਾਡੀ ਕੋਈ ਕਦਰ ਨਹੀਂ ਕਰਦਾ ਸੀ, ਹੁਣ ਉਹ ਸਿਆਣਾ ਬਣ ਗਿਆ, ਉਹ ਰਾਹ ਭੁੱਲ ਕੇ ਵਾਪਸ ਆ ਗਿਆ ਤੇ ਉਹਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਕਹਾਣੀ ਲਿਖੀ ਹੈ ਡਾਕਟਰ ਪਰਮਜੀਤ ਸਿੰਘ ਕਾਲਸੀ ਨੇ, ਜੋ ਕਿ ਇਸ ਕਹਾਣੀ ਦੇ ਸਟੋਰੀ ਰਾਈਟਰ ਨੇ। ਤਾਂ ਚਲੋ ਅੱਗੇ ਚੱਲਦੇ ਹਾਂ। ਆਫਟਰ ਲਿਸਨਿੰਗ ਟੂ ਦ ਸਟੋਰੀ ਇਨ ਦੇਅਰ ਰਿਸਪੈਕਟਿਵ ਗਰੁੱਪਸ, ਆਪਣੇ ਗਰੁੱਪਸ ਦੇ ਵਿੱਚ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ all groups will narrate their interactions as follows। ਆਪਣੀ ਜਿਹੜੀ ਗੱਲਬਾਤ ਹੈਗੀ ਹੈ ਉਹ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਪਸ ਦੇ ਵਿੱਚ ਡਿਸਕਸ ਕਰਨਗੇ। ਜਿਵੇਂ suppose you were at Bua's place, would you accept Manjeet back at home। ਜੇ ਤੁਸੀਂ ਆਪਣੀ ਬੂਆ ਦੀ ਥਾਂ ਤੇ ਹੁੰਦੇ ਤਾਂ ਕੀ ਤੁਸੀਂ ਮਨਜੀਤ ਨੂੰ, ਆਪਣੇ ਤੀਜੇ ਪੁੱਤ ਨੂੰ ਵਾਪਸ ਐਕਸੈਪਟ ਕਰ ਲੈਂਦੇ। ਆਨਸਰ ਇਨ ਅਬਾਊਟ 30 words। 30 ਸ਼ਬਦਾਂ 'ਚ ਤੁਸੀਂ ਇਹਦਾ ਜਵਾਬ ਦੇਣਾ। ਤੇ ਮੈਂ ਇੱਥੇ ਆਨਸਰ ਲਿਖਿਆ, if I had been at my Bua's place, ਤੇ ਮੈਂ ਉਹਨਾਂ ਦੀ ਥਾਂ ਤੇ ਹੁੰਦੀ, I would have dealt with the situation with patience as Bua did। ਜਿਵੇਂ ਉਹਨਾਂ ਨੇ ਸਬਰ ਦੇ ਨਾਲ, ਹਲਿਮੀ ਦੇ ਨਾਲ ਸਿਚੁਏਸ਼ਨ ਨੂੰ ਸੋਲਵ ਕੀਤਾ, ਉਵੇਂ ਹੀ ਮੈਂ ਕਰਦੀ। I would have welcomed my son back। ਮੈਂ ਉਹਦਾ ਵੈਲਕਮ ਕਰਦੀ, ਸਵਾਗਤ ਕਰਦੀ ਆਪਣੇ ਪੁੱਤ ਦਾ। ਮੇਡ ਹਿਮ ਕੰਫਰਟੇਬਲ, ਉਹਨੂੰ ਥੋੜਾ ਆਰਾਮ ਮਿਲੇ, ਉਹਨੂੰ ਇਹ ਨਾ ਓਪਰਾ ਲੱਗੇ, ਉਹ ਮਹਿਸੂਸ ਕਰਾਂਦੀ ਵਿਦਾਊਟ ਜੱਜਿੰਗ ਹਿਮ, ਉਹਨੂੰ ਜੱਜ ਕੀਤੇ ਬਿਨਾ। would have encouraged and supported him to recover। ਵੀ ਉਹ ਠੀਕ ਹੋ ਜਾਏ ਉਹਦੇ ਕਰਕੇ ਉਹਨੂੰ ਪ੍ਰੋਤਸਾਹਿਤ ਕਰਦੀ, ਉਹਦਾ ਸਮਰਥਨ ਕਰਦੀ। and encouraged healthy eating habits। ਵੀ ਬੇਟਾ ਤੂੰ ਵਧੀਆ ਖਾ, ਕੋਈ ਗੱਲ ਨਹੀਂ, ਜੋ ਹੋ ਗਿਆ ਹੋ ਗਿਆ। I wouldn't have got into unnecessary arguments and criticism। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਬੋਲ ਚਾਲ ਬੰਦ ਕਰ ਦੇਣੀ, ਆਪਣਾ ਵਿਰੋਧ ਦਿਖਾਣਾ, ਉਹ ਸਭ ਨਹੀਂ ਮੈਂ ਕਰਦੀ। as it is obvious to do away with the past and move towards the future। ਇਹ ਤਾਂ ਸਪਸ਼ਟ ਜੀ ਗੱਲ ਹੈ ਨਾ ਵੀ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ ਤੇ ਅੱਗੇ ਫਿਊਚਰ ਵੱਲ ਨੂੰ ਚੱਲੋ, ਪੁਰਾਣੀਆਂ ਗੱਲਾਂ ਥੋੜੀ ਲੈ ਕੇ ਬੈਠ ਜਾਣਾ ਹੁੰਦਾ ਹੈ। ਅੱਗੇ ਚੱਲਦੇ ਹਾਂ। How many deaths occurred in the story and what were the main causes? ਕਿੰਨੀਆਂ ਮੌਤਾਂ ਹੋਈਆਂ ਤੇ ਕੀ ਕਾਰਨ ਸੀ? The first death was of Bua's husband who died because of heavy and prolonged consumption of alcohol। ਸ਼ਰਾਬ ਪੀਂਦੇ ਸੀ ਬੁਆ ਦੇ ਹਸਬੈਂਡ, ਜਿਨ੍ਹਾਂ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ। ਬਹੁਤ ਦਾਰੂ ਪੀਂਦੇ ਸੀ, ਲੰਬੇ ਸਮੇਂ ਤੋਂ ਪੀਂਦੇ ਆ ਰਹੇ ਸੀ।
The second to die was the eldest son, who also passed away because of drinking habits. ਜਿਹੜਾ ਸਭ ਤੋਂ ਵੱਡਾ ਪੁੱਤ ਸੀ ਉਹਦੀ ਵੀ ਮੌਤ ਹੋ ਗਈ ਸੀ ਸ਼ਰਾਬ ਕਰਕੇ. The second son, Jesse, who was a foreigner, also ਇੱਥੇ ਆਏਗਾ ruined his life and died due to alcohol. ਉਹਨੇ ਵੀ ਆਪਣੀ ਜ਼ਿੰਦਗੀ ਖਰਾਬ ਕਰਦੀ ਸੀ ਤੇ ਸ਼ਰਾਬ ਕਰਕੇ ਉਹਦੀ ਵੀ ਮੌਤ ਹੋ ਗਈ ਸੀ. ਅਗਲਾ ਸਵਾਲ, from the story write tell the names of characters parties who were drug addicts. ਤੁਸੀਂ ਇੱਥੇ ਨਾਂ ਲਿਖਨੇ ਨੇ ਉਹਨਾਂ ਲੋਕਾਂ ਦੇ ਜਿਹੜੇ drug addicts ਸੀ, ਜਿਹੜੇ drugs ਦੇ ਵਿੱਚ ਪਏ ਹੋਏ ਸੀ, ਸ਼ਰਾਬ ਪੀਂਦੇ ਸੀ ਜਾਂ ਹੋਰ ਕੁਝ. and the ones who tried to stop drug addicts. ਤੇ ਇੱਥੇ ਜਿਹੜੇ ਐਂਟੀ ਡਰਗ ਸੀ, ਜਿਹੜੇ ਉਹਨਾਂ ਨੂੰ ਰੋਕ ਰਹੇ ਸੀ ਵੀ ਇਹਨਾਂ ਕੰਮਾਂ 'ਚ ਨਾ ਪਾਓ. ਦੇਖੋ ਮੈਂ ਇੱਥੇ ਲਿਖਿਆ the people in the story who were drug addicts, ਜੋ ਨਸ਼ਿਆਂ ਵਿੱਚ ਸੀ, included ਬੂਆ ਦੇ husband, eldest son, second son, ਤੇ ਇੱਥੇ ਤੁਸੀਂ ਲਿਖ ਸਕਦੇ ਹੋ ਉਹਨਾਂ ਦਾ ਸਭ ਤੋਂ ਛੋਟਾ ਬੇਟਾ ਇੱਥੇ ਆਏਗਾ youngest son. ਉਹਦਾ ਨਾਂ ਜੇ ਤੁਸੀਂ ਲਿਖਣਾ ਹੈ ਉਹ ਵੀ ਲਿਖ ਸਕਦੇ ਹੋ, ਜੋ ਕਿ ਹੈਗਾ ਮਨਜੀਤ. The people who tried to save these addicts, ਜੋ ਇਹਨਾਂ ਨੂੰ ਬਚਾਉਣਾ ਚਾਹੁੰਦੇ ਸੀ, ਉਹ ਕੌਣ ਸੀ? ਬੂਆ ਹਰਸੈਲ, ਬੂਆ ਆਪ ਬਚਾਉਣਾ ਚਾਹੁੰਦੀ ਸੀ. her daughter in laws, ਉਹਨਾਂ ਦੀਆਂ ਨੂੰਹਾਂ ਬਚਾਉਣਾ ਚਾਹੁੰਦੀਆਂ ਸੀ. and a god sent man, ਗੁਰਦੀਪ ਸਿੰਘ, ਇੱਕ ਰੱਬ ਦਾ ਭੇਜਿਆ ਹੋਇਆ ਬੰਦਾ ਸੀ ਗੁਰਦੀਪ ਸਿੰਘ, who managed to save ਮਨਜੀਤ, ਜਿਹਨੇ ਮਨਜੀਤ ਦੀ ਜਾਨ ਬਚਾਈ ਸੀ. who was the last son alive, ਜੋ ਆਖਰੀ ਬੰਦਾ ਜਿਹੜਾ ਸੀ, ਪੁੱਤ ਸੀ ਜੋ ਜੀ ਰਿਹਾ ਸੀ, ਉਹਦੀ ਜਾਨ ਬਚਾਈ ਸੀ. ਅਗਲਾ ਸਵਾਲ, write the name of one of the reformed characters in the story that you want to be like. ਇੱਕ ਬੰਦਾ ਜਿਹਦੇ 'ਚ ਬਦਲਾਵ ਆਇਆ ਸੀ, ਜੋ ਤੁਸੀਂ ਬਣਨਾ ਚਾਹੁੰਦੇ ਹੋ, ਉਹ ਦੱਸੋ. ਦੇਖੋ ਮੈਂ ਇੱਥੇ ਇਹ ਨਹੀਂ ਧਿਆਨ ਦਿੱਤਾ ਵੀ ਇਹਨਾਂ ਨੇ ਲਿਖਿਆ ਰਿਫਾਰਮਡ ਕੈਰੈਕਟਰ ਜਿਹਦੇ 'ਚ ਬਦਲਾਵ ਆਇਆ ਸੀ, ਜਿਵੇਂ ਮਨਜੀਤ 'ਚ ਬਦਲਾਵ ਆਇਆ ਸੀ, ਹੈ ਨਾ. ਜੋ ਮੈਂ ਬਣਨਾ ਚਾਹੁੰਦੀ ਹਾਂ ਮੈਂ ਉਹਦਾ ਜਵਾਬ ਇੱਥੇ ਲਿਖਿਆ I would like to be good ਗੁਰਜੀਤ ਸਿੰਘ. I would like to be ਗੁਰਜੀਤ ਸਿੰਘ, who helped a homeless addict, ਜਿਹਨੇ ਇੱਕ ਘਰ ਤੋਂ ਬਾਹਰ ਕੱਢੇ ਹੋਏ ਜਾਂ ਬਾਹਰ ਨਿਕਲੇ ਹੋਏ ਐਡਿਕਟ ਨਸ਼ੇੜੀ ਦੀ ਮਦਦ ਕੀਤੀ. and treated him like his own family member, ਜਿਵੇਂ ਆਪਣਾ ਪਰਿਵਾਰ ਹੁੰਦਾ ਉਹਦੇ ਵਾਂਗ ਉਹਨੇ ਉਹਨੂੰ ਟ੍ਰੀਟ ਕੀਤਾ. he guided him, ਉਹਨੇ ਉਹਨੂੰ ਗਾਈਡ ਕੀਤਾ. consoled him, ਹਿੰਮਤ ਦਿੱਤੀ. like a father, ਜਿਵੇਂ ਇੱਕ ਪਿਓ ਆਪਣੇ ਪੁੱਤ ਨੂੰ ਹਿੰਮਤ ਦਿੰਦਾ ਹੈ. and showed him the right track, ਤੇ ਉਹਨੂੰ ਸਹੀ ਰਸਤਾ ਦਿਖਾਇਆ. he transformed drug addict into a family man, ਤੇ ਉਹਦੇ 'ਚ ਬਦਲਾਵ ਲੈ ਕੇ ਆਇਆ, ਉਹਨੂੰ ਇੱਕ ਪਰਿਵਾਰ ਦਾ ਬੰਦਾ ਵਾਪਸ ਬਣਾਤਾ ਜੋ ਕਿ ਇੱਕ ਨਸ਼ੇੜੀ ਸੀ. ਅੱਗੇ ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ. 3 groups that the class was divided into will assume that the first group is related to character of Bua, daughter-in-law of the story. 3 ਕਲਾਸ ਦੇ ਹਿੱਸੇ ਵੰਡੇ ਸੀ ਤੇ ਆਪਾਂ ਇਹ ਮੰਨਦੇ ਹਾਂ ਵੀ ਜਿਹੜਾ ਪਹਿਲਾ ਗਰੁੱਪ ਹੈ ਉਹ ਬੂਆ ਬਣਿਆ ਹੋਇਆ ਜਾਂ ਨੂੰਹਾਂ ਦਾ ਜਿਹੜਾ ਰੋਲ ਹੈਗਾ ਉਹ ਨਿਭਾ ਰਿਹਾ. The second group is related to the drug addict father son and, ਤੇ ਜਿਹੜਾ ਦੂਜਾ ਗਰੁੱਪ ਹੈ ਉਹ ਨਸ਼ੇੜੀ ਪਿਓ ਪੁੱਤ ਦੀ ਜਿਹੜੀ ਜੋੜੀ ਹੈ ਉਹਨਾਂ ਨਾਲ ਰਿਲੇਟਡ ਹੈਗਾ. and the third group is related to the character of ਗੁਰਦੀਪ ਸਿੰਘ in the story, ਤੇ ਤੀਜਾ ਜਿਹੜਾ ਗਰੁੱਪ ਹੈਗਾ ਗੁਰਦੀਪ ਸਿੰਘ ਦੇ ਨਾਲ ਸੰਬੰਧਿਤ ਹੈਗੇ ਨੇ. The following questions will be answered on the basis of their good and bad deeds after conducting a controversial activity in the form of debate. ਇਹਨਾਂ ਸਾਰਿਆਂ ਨੇ ਕੀ ਚੰਗੇ ਕੰਮ ਕੀ ਮਾੜੇ ਕੰਮ ਕੀਤੇ ਉਹ ਆਪਾਂ ਦੱਸਣਾ ਇੱਕ ਡਿਬੇਟ ਕਰਨ ਤੋਂ ਬਾਅਦ, ਬੋਲਚਾਲ ਗੱਲ ਕਰਨ ਤੋਂ ਬਾਅਦ. ਜਿਵੇਂ ਪਹਿਲਾ ਸਵਾਲ ਹੈ what were the main drugs in the story, ਕਹਾਣੀ ਵਿੱਚ ਜਿਹੜੇ ਮੇਨ ਡਰੱਗ ਸੀ ਉਹ ਕਿਹੜੇ ਕਿਹੜੇ ਸੀ. ਮੈਂ ਇੱਥੇ ਲਿਖਿਆ the main drugs in the story included alcohol and smack, ਇਹੀ ਦੋ ਨਸ਼ੇ ਸੀਗੇ. ਦੂਜਾ why were there deaths in the story, ਕਹਾਣੀ ਵਿੱਚ ਮੌਤਾਂ ਕਿਉਂ ਹੋਈਆਂ ਸਨ. the deaths occurred in the story because of consumption of drugs, ਨਸ਼ੇ ਦੀ ਕੰਜ਼ੰਪਸ਼ਨ ਕਰਕੇ ਮੌਤਾਂ ਹੋਈਆਂ ਸਨ. there was use of smack, ਇੱਕ ਤਾਂ ਸਮੈਕ ਦਾ ਇਸਤੇਮਾਲ ਹੋਇਆ ਸੀ. and excessive and prolonged consumption of alcohol, ਸ਼ਰਾਬ ਦਾ ਵੀ ਬਹੁਤ ਇਸਤੇਮਾਲ ਹੋਇਆ ਸੀ ਤੇ ਬੜੀ ਲੰਬੀ ਦੇਰ ਤੱਕ ਉਹਦਾ ਇਸਤੇਮਾਲ ਚੱਲ ਰਿਹਾ ਸੀ. ਅਗਲਾ, did the vicious friends of Manjeet have a good effect or bad effect on him in the story, ਜਿਹੜੇ ਦੋਸਤ ਸੀ ਮਨਜੀਤ ਦੇ ਉਹਨਾਂ ਦਾ ਸ਼ਰਾਰਤੀ ਦੋਸਤਾਂ ਦਾ ਉਹਦੇ ਤੇ ਵਧੀਆ ਪ੍ਰਭਾਵ ਪਿਆ ਸੀ ਜਾਂ ਮਾੜਾ ਪਿਆ ਸੀ. on the basis of the story justify your answer with one statement, ਕਹਾਣੀ ਦੇ ਆਧਾਰ ਤੇ ਤੁਸੀਂ ਇਸ ਜਿਹੜੀ ਸਟੇਟਮੈਂਟ ਹੈਗੀ ਹੈ ਇਹਨੂੰ ਸਪੋਰਟ ਕਰਨਾ ਹੈ ਵੀ ਤੁਸੀਂ ਕੀ ਸੋਚਦੇ ਹੋ. ਮੈਂ ਇੱਥੇ ਇਹ ਲਿਖਿਆ no, the vicious friends of Manjeet didn't have a good effect on him. ਨਾ ਉਹਦੇ ਜਿਹੜੇ ਸ਼ਰਾਰਤੀ ਦੋਸਤ ਸੀ ਉਹਨਾਂ ਦਾ
ਉਹਦੇ ਤੇ ਵਧੀਆ ਪ੍ਰਭਾਵ ਨਹੀਂ ਪਿਆ ਸੀ। ਇਨਸਟੈਡ ਦੇ ਵਰ ਸਮਾਰਟ ਇਨਫ ਟੂ ਟੇਕ ਪੋਜੈਸ਼ਨ ਆਫ ਹਿਸ ਹਾਊਸ, ਬਲਕਿ ਉਹ ਤਾਂ ਇੰਨੇ ਚਾਲੂ ਸੀ ਵੀ ਉਹਦਾ ਘਰ ਵੀ ਖਰੀਦ ਲਿਆ ਸੀ, ਆਪਣੇ ਕੋਲ ਕਾਗਜ਼ ਮੰਗਾ ਲਏ ਸੀ। ਮਨਜੀਤ's mother was harassed, ਮੰਮੀ ਨੂੰ ਤੰਗ ਕੀਤਾ ਜਾ ਰਿਹਾ ਸੀ, ਐਂਡ ਹਿਸ ਵਾਈਫ ਜੀਤੀ had to sell her jewelry to get the house back, ਤੇ ਘਰ ਵਾਪਸ ਲੈਣ ਦੇ ਲਈ ਉਹਦੀ ਵਾਈਫ ਨੂੰ ਆਪਣੇ ਗਹਿਣੇ ਜਿਹੜੇ ਸੀ ਉਹ ਗਿਰਵੀ ਰੱਖਣੇ ਪਏ। ਇੱਥੇ ਹੈਗਾ ਮੈਚ ਕਰਨਾ ਹੈ ਆਪਾਂ, ਜਿਵੇਂ ਇੱਥੇ ਹੈ ਐਲਕੋਹਲ, ਐਲਕੋਹਲ ਦੇ ਨਾਲ ਕਿਹੜੀ ਚੀਜ਼ ਮੈਚ ਕਰਦੀ ਹੈ? ਉਹ ਤਾਂ ਡਿਜ਼ਾਸਟਰ ਹੈਗਾ, ਸ਼ਰਾਬ ਦਾ, ਵਿਪਤਾ। ਸੈਕਿੰਡ, ਗੁਰਦੀਪ ਸਿੰਘ, ਉਹ ਕੌਣ ਸੀ? ਸੋਸ਼ਲ ਰਿਫਾਰਮਰ, ਜੋ ਸਮਾਜ ਨੂੰ ਸੁਧਾਰਦੇ ਨੇ। ਬੂਆ, ਉਹ ਤਾਂ ਵਿਚਾਰੀ, ਉਹਦੀ ਲਾਈਫ ਹੀ ਬਹੁਤ ਪੇਨਫੁਲ ਸੀ, ਦਰਦਨਾਕ ਜ਼ਿੰਦਗੀ ਸੀ। ਆਏ, ਮੇਰਾ ਕੈਰੈਕਟਰ ਕੀ ਹੈਗਾ? ਵਨ ਹੂ ਅੰਡਰਸਟੈਂਡ ਵਨਸ ਓਨ ਪੇਨ, ਜਿਹਨੂੰ ਦਰਦ ਸਮਝ ਆਉਂਦਾ ਆਪਣਾ ਵੀ ਦੂਜਿਆਂ ਦਾ ਵੀ। ਫਰੈਂਡ, ਦੋਸਤ, ਉਹ ਤਾਂ ਬਹੁਤ ਮਾੜੀ ਸੰਗਤ ਸੀ, ਮਤਲਬ ਜਿਹੜੇ ਦੋਸਤ ਸੀ ਉਹਨਾਂ ਦੇ ਵਧੀਆ ਨਹੀਂ ਸੀ। ਹੁਣ ਇੱਥੇ ਇੱਕ ਵਧੀਆ ਸਵਾਲ ਪੁੱਛਿਆ ਗਿਆ, ਡਿਸਕ੍ਰਾਈਬ ਇਨ ਯੋਰ ਓਨ ਵਰਡਸ ਐਨ ਇਨਸੀਡੈਂਟ ਰਿਲੇਟਡ ਟੂ ਐਨ ਸੋਸ਼ਲ ਈਵਲ ਸਿਮਿਲਰ ਟੂ ਦ ਸਟੋਰੀ। ਜਿਵੇਂ ਕਹਾਣੀ ਵਿੱਚ ਇੱਕ ਘਟਨਾ ਦੱਸੀ ਗਈ ਹੈ, ਉਹੋ ਜਿਹਾ ਕੋਈ ਇਨਸੀਡੈਂਟ ਤੁਹਾਡੀ ਲਾਈਫ 'ਚ ਹੋਇਆ ਹੋਏ। ਐਂਡ ਡਿਸਕ੍ਰਾਈਬ ਯੋਰ ਸੁਜੈਸ਼ਨਸ ਫॉर ਓਵਰਕਮਿੰਗ ਦੈਟ ਈਵਲ ਇਨ ਅਬਾਊਟ 100 ਵਰਡਸ। ਤੇ ਤੁਸੀਂ ਇਹ ਦੱਸਣਾ ਵੀ ਉਹਨੂੰ ਤੁਸੀਂ ਕਿਵੇਂ ਉਦੋਂ ਖਤਮ ਕਰ ਸਕਦੇ ਹੋ ਆਪਣੇ ਸ਼ਬਦਾਂ ਵਿੱਚ, ਤੁਸੀਂ ਕਿਵੇਂ ਯੋਗਦਾਨ ਪਾਓਗੇ। ਉਹ ਤਾਂ ਆਪਾਂ ਕਰਾਂਗੇ। ਉਸ ਤੋਂ ਬਾਅਦ ਇੱਥੇ ਲਿਖਿਆ ਹੋਇਆ, ਆਫਟਰ ਪਰਫਾਰਮਿੰਗ ਦੀ ਅਬਵ ਐਕਟੀਵਿਟੀਜ਼ ਔਨ ਦ ਬੇਸਿਸ ਆਫ ਐਨਾਲਿਸਿਸ ਆਫ ਦ ਸਟੋਰੀ। ਜਿਹੜੀ ਆਪਾਂ ਕਹਾਣੀ ਪੜ੍ਹੀ ਹੈ, ਇਹ ਗਤੀਵਿਧੀਆਂ ਪੂਰੀ ਕਰਨ ਤੋਂ ਬਾਅਦ ਕਹਾਣੀ ਕਿਹੜੀ ਹੈ? ਡਾਟਰ ਇਨ ਲॉज ਆਰ ਬੈਟਰ ਦੈਨ ਅਨਫਿਲੀਅਲ ਸਨਸ। ਜਿਹੜੇ ਪੁੱਤ ਨਿਭਾ ਨਹੀਂ ਸਕਦੇ, ਆਪਣੇ ਮਾਪਿਆਂ ਦਾ ਧਿਆਨ ਨਹੀਂ ਰੱਖ ਸਕਦੇ, ਉਹਨਾਂ ਤੋਂ ਵਧੀਆ ਤਾਂ ਨੂੰਹਾਂ ਹੁੰਦੀਆਂ ਨੇ। The students will fill in the blanks of the following worksheet in their own words। ਤੇ ਥੱਲੇ ਵਰਕਸ਼ੀਟ ਦਿੱਤੀ ਹੋਈ ਹੈ, ਉਹਨੂੰ ਪੂਰਾ ਕਰਨਗੇ ਆਪਣੇ ਸ਼ਬਦਾਂ ਦੇ ਵਿੱਚ। In such a way that they can become honest human beings। ਕਿਵੇਂ ਪੜ੍ਹਨਾ? ਜਿਵੇਂ ਉਹ ਇਮਾਨਦਾਰ ਇਨਸਾਨ ਬਣ ਸਕਣ। And eradicate drugs from the society, ਕਿ ਉਹ ਹਿੰਮਤ ਰੱਖਣ ਕਿ ਆਪਾਂ ਨਸ਼ੇ ਖਤਮ ਕਰ ਦੇਣੇ ਨੇ ਸੁਸਾਇਟੀ ਚੋਂ, ਸਮਾਜ ਚੋਂ। ਪਹਿਲਾਂ ਆਪਾਂ ਇੱਕ ਕਹਾਣੀ ਪੜ੍ਹਦੇ ਹਾਂ ਜਿਹੜੀ ਮੈਂ ਇੱਥੇ ਲਿਖੀ ਹੈ। There was a couple who always used to fight and it had a bad effect on the kids। ਇੱਕ ਮਾਤਾ ਪਿਤਾ ਸੀ ਜਿਹੜੇ ਆਪਸ ਚ ਲੜਦੇ ਰਹਿੰਦੇ ਸੀ ਤੇ ਉਹਦਾ ਜਿਹੜਾ ਬੱਚਿਆਂ ਤੇ ਪ੍ਰਭਾਵ ਪੈ ਰਿਹਾ ਸੀ ਬਹੁਤ ਮਾੜਾ ਸੀ। The father used to drink a lot, ਪਿਤਾ ਬਹੁਤ ਪੀਂਦੇ ਸੀ, and come back and beat his wife। ਉਹ ਬਹੁਤ ਪੀ ਪਾ ਕੇ ਜਦ ਆਉਂਦੇ ਸੀ ਆਪਣੀ ਵਾਈਫ ਨੂੰ ਬਹੁਤ ਮਾਰਦੇ ਕੁੱਟਦੇ ਸੀ। They would often fight and shout at each other, ਆਪਸ ਚ ਲੜਦੇ ਰਹਿਣਾ, ਲੜਾਈ ਹੋਣਾ, ਚੀਕਣਾ। The kids were observing this behavior on an everyday basis। ਤੇ ਬੱਚੇ ਤਾਂ ਰੋਜ਼ ਹੀ ਦੇਖਦੇ ਸੀ ਵੀ ਇਹ ਕੀ ਹੋ ਰਿਹਾ। And one day one of the kids ran from his house। ਤੇ ਇੱਕ ਵਾਰ ਦੀ ਗੱਲ ਹੈ ਵੀ ਇੱਕ ਬੱਚਾ ਆਪਣਾ ਘਰ ਛੱਡ ਕੇ ਭੱਜ ਗਿਆ। He was nowhere to be found। ਉਹ ਕਿਤੇ ਵੀ ਨਹੀਂ ਮਿਲ ਰਿਹਾ ਸੀ। The parents panicked। ਉਹ ਘਬਰਾ ਗਏ। The police was called। ਪੁਲਿਸ ਨੂੰ ਬੁਲਾਇਆ ਗਿਆ ਵੀ ਬੱਚਾ ਗਵਾਚ ਗਿਆ। Finally they found the little kid at his grandparents' house। ਅਖੀਰ ਚੋਂ ਬੱਚਾ ਜਿਹੜਾ ਆਪਣੇ ਦਾਦਾ ਦਾਦੀ ਦੇ ਘਰੇ ਮਿਲਿਆ। ਇਹ ਮੇਰੇ ਨਾਲ ਦੀ ਘਰ ਦੀ ਕਹਾਣੀ ਹੈ। He was crying and was quite frightened। ਡਰਿਆ ਵੀ ਹੋਇਆ ਸੀ, ਰੋ ਵੀ ਰਿਹਾ ਸੀ। He was not interested in talking to anyone। ਉਹ ਕਿਸੇ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦਾ ਸੀ, ਡਰਿਆ ਹੋਇਆ ਸੀ। Neither was he interested in going back to his parents' place। ਤੇ ਆਪਣੇ ਘਰ ਵੀ ਵਾਪਸ ਨਹੀਂ ਜਾਣਾ ਚਾਹੁੰਦਾ ਸੀ। So help was called। ਤੇ ਇਸੇ ਕਰਕੇ ਮਦਦ ਬੁਲਾਈ ਗਈ, ਕਾਉਂਸਲਰ ਨੂੰ ਬੁਲਾਇਆ ਗਿਆ। A counselor was invited। After talking to the counselor, they got to know that domestic violence was causing a great impact on the kid। ਵੀ ਘਰ ਦੇ ਵਿੱਚ ਜਿਹੜੀ ਅਸ਼ਾਂਤੀ ਹੋ ਰਹੀ ਹੈ, ਲੜਾਈ ਹੋ ਰਹੀ ਹੈ, ਉਹਦਾ ਬੱਚੇ ਤੇ ਬਹੁਤ ਮਾੜਾ ਅਸਰ ਹੋ ਰਿਹਾ। Then the parents were called upon, advised to mend their ways। ਉਸ ਤੋਂ ਬਾਅਦ ਪੈਰੈਂਟਸ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਇਹੀ ਐਡਵਾਈਸ ਕੀਤੀ ਗਈ, ਸਲਾਹ ਦਿੱਤੀ ਗਈ ਵੀ ਆਪਣੇ ਤਰੀਕੇ ਸੁਧਾਰੋ। So that the kids can have a peaceful childhood। ਬੱਚੇ ਦਾ ਜਿਹੜਾ ਬਚਪਨ ਹੈ ਉਹ ਤਾਂ ਠੀਕ ਬੀਤੇ। They understood their mistake and things changed from there on। ਉਹਨਾਂ ਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਬਦਲ ਗਈਆਂ। ਇਹ ਵਰਕਸ਼ੀਟ ਦਿੱਤੀ ਹੋਈ ਹੈ, ਮੈਂ ਇੱਥੇ ਬਲੈਂਕਸ ਜਿਹੜੇ ਨੇ ਉਹ ਭਰਤੇ ਨੇ। ਚਲੋ ਦੇਖਦੇ ਹਾਂ ਕੀ ਹੈਗਾ। ਤੇ ਇੱਥੇ ਮੈਂ ਲਿਖਿਆ, ਬੂਆ was sad because of the death of her son। ਉਹਦੇ ਪੁੱਤ ਦੀ ਮੌਤ ਹੋ ਗਈ ਸੀ ਜਿਹਦੇ ਕਰਕੇ ਬੂਆ ਬਹੁਤ ਉਦਾਸ ਸੀ। Therefore there were dash deaths in her house। ਉਹਦੇ ਘਰ ਵਿੱਚ ਬਹੁਤ ਮੌਤਾਂ ਹੋਈਆਂ ਸਨ। The sons had stacked all the property of the house। ਆਪਣੇ ਘਰ ਦੀ ਜਿਹੜੀ ਪ੍ਰਾਪਰਟੀ ਸੀ ਉਹ ਆਪਣੇ ਹੱਥਾਂ 'ਚ ਲੈ ਲਈ ਸੀ ਪੁੱਤਾਂ ਨੇ।
Even the daughter-in-laws of the house also suffered due to these drug addicts. ਤੇ ਜਿਹੜੀ ਨੂੰਹਾਂ ਸੀ ਉਹ ਵੀ ਸਫਰ ਕਰ ਰਹੀਆਂ ਸੀ, ਬਰਦਾਸ਼ਤ ਕਰ ਰਹੀਆਂ ਸੀ ਇਹਨਾਂ ਦੀਆਂ ਹਰਕਤਾਂ ਨੂੰ। No one wants a member of his family to be dead. ਕੋਈ ਨਹੀਂ ਚਾਹੁੰਦਾ ਉਹਦੇ ਘਰ ਦਾ ਕੋਈ ਸਦੱਸਿਆ ਮਰੇ, ਬੰਦਾ ਕੋਈ ਮਰੇ। We should protect children from bad company. ਸਾਨੂੰ ਬੱਚਿਆਂ ਨੂੰ ਮਾੜੀ ਬੁਰੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। Because in this story too, the drunken and vicious friends made their own friend a drug addict and ruined his house. ਕਿਉਂਕਿ ਇਸ ਕਹਾਣੀ ਦੇ ਵਿੱਚ ਵੀ ਜਿਹੜੇ ਸ਼ਰਾਰਤੀ ਦੋਸਤ ਸੀ, ਜਿਹੜੇ ਪੀਂਦੇ ਸੀ ਦੋਸਤ, ਉਹਨਾਂ ਨੇ ਆਪਣੇ ਦੋਸਤ ਨੂੰ ਵੀ ਲੱਤ ਲਾਤੀ ਤੇ ਉਹਦਾ ਘਰ ਬਰਬਾਦ ਕਰਤਾ। In our society also, अपने समाज ਵਿੱਚ भी, the relationship between parents and children should be as cooperative as the relationship between Bua and her daughter-in-law in the story. ਜਿਵੇਂ ਕਹਾਣੀ ਦੇ ਵਿੱਚ ਬੂਆ ਤੇ ਉਹਦੀ ਨੂੰਹਾਂ ਵਿੱਚ ਕੋਆਪਰੇਸ਼ਨ ਹੈਗਾ, ਉਹੋ ਜਿਹਾ ਰਿਸ਼ਤਾ ਪਿਆਰ ਭਰਾ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਵਿੱਚ ਹੋਣਾ ਚਾਹੀਦਾ। I will become like the character Gurdit Singh. मैं Gurdit Singh पढ़ना चाहूँगा of this story because he did not give up on the drug addict. ਉਹਨੇ drug addict ਨੂੰ, ਨਸ਼ੇੜੀ ਨੂੰ ਏਦਾਂ ਹੀ ਨਹੀਂ ਛੱਡਤਾ ਵੀ ਇਹ ਤਾਂ ਏਦਾਂ ਹੀ ਹੈ, ਛੱਡ ਦੋ। Instead he helped him become a better person in the story. ਸਗੋਂ ਉਹਨੇ ਉਹਦੀ ਮਦਦ ਕੀਤੀ ਵੀ ਉਹ ਇੱਕ ਵਧੀਆ ਇਨਸਾਨ ਬਣੇ, ਜਿਵੇਂ ਕਹਾਣੀ 'ਚ ਮਨਜੀਤ ਬਣਿਆ। Following the advice of the elders, ਵੱਡਿਆਂ ਦੀ ਗੱਲ ਸੁਣਦੇ ਹੋਏ, ਮੰਨਦੇ ਹੋਏ, ਮਨਜੀਤ overcame his addiction. ਉਹਨੂੰ ਆਪਣੀ ਲੱਤ ਤੋਂ ਉਹਨੇ ਆਪਣੇ ਆਪ ਨੂੰ ਦੂਰ ਕਰ ਲਿਆ and gave up drugs. ਤੇ ਉਹਨੇ drugs ਛੱਡ ਦਿੱਤੇ। This story inspires us to not be addicted to alcohol and drugs. यानी ਇਹ ਕਹਾਣੀ ਜਿਹੜੀ ਹੈ ਉਹ ਸਾਨੂੰ ਇਹ ਸਮਝਾਉਂਦੀ ਹੈ ਵੀ ਸਾਨੂੰ ਕਦੇ ਵੀ ਨਸ਼ੇ ਤੇ ਅਧੀਨ ਨਹੀਂ ਹੋਣਾ ਚਾਹੀਦਾ, ਨਸ਼ਿਆਂ 'ਚ ਨਹੀਂ ਪੈਣਾ ਚਾਹੀਦਾ। I will always perform righteousness in my life. मैं हमेशा goodness, वधिया गल्लां ਜਿਹੜੀਆਂ ਹੈਗੀਆਂ ਉਹੀ ਆਪਣੀ ਡਿਊਟੀ ਉਹਦੇ ਨਾਲ perform ਕਰਾਂਗਾ। The role of the teacher in the above activities will be positive. ਇਹਦੇ ਵਿੱਚ ਜਿਹੜਾ ਟੀਚਰ ਸਹਿਯੋਗ ਦੇਣਗੇ ਉਹ positive ਹੋਏਗਾ, ਵਧੀਆ ਹੋਏਗਾ। The teacher will be a guide. ਉਹ ਤੁਹਾਨੂੰ guide ਕਰਨਗੇ। With the active role of the students through the exemplary events of the story, motivation will be given to stay away from drugs by observing the melodic effects of drugs and appreciate every relation by understanding the importance of social relationships. ਇਹਨਾਂ ਕਹਾਣੀਆਂ ਦੇ ਰਾਹੀਂ ਬੱਚਿਆਂ ਨੂੰ ਇਹ ਦੱਸਿਆ ਜਾਏਗਾ ਵੀ ਰਿਸ਼ਤੇ ਜ਼ਿਆਦਾ ਜ਼ਰੂਰੀ ਹੁੰਦੇ ਨੇ, ਨਸ਼ੇ ਜ਼ਰੂਰੀ ਨਹੀਂ ਨੇ। ਨਸ਼ੇ ਤਾਂ ਰਿਸ਼ਤਿਆਂ ਨੂੰ ਖਤਮ ਕਰਦੇ ਨੇ, ਪਰ ਰਿਸ਼ਤੇ ਤੁਹਾਨੂੰ ਨਸ਼ਿਆਂ ਤੋਂ ਦੂਰ ਕਰ ਦਿੰਦੇ ਨੇ। In the story, ਇਸ ਕਹਾਣੀ ਦੇ ਵਿੱਚ the cause of Bua's plight is the use of drugs in her family. ਨਸ਼ੇ ਚੱਲ ਰਹੇ ਸੀ ਘਰ ਦੇ ਵਿੱਚ, ਤਾਂ ਹੀ ਬੂਆ ਦੀ ਇਹ ਹਾਲਤ ਹੋਈ ਸੀ। Her husband and her son died due to drugs. ਨਸ਼ੇ ਕਰਕੇ ਉਹਦਾ ਪਤੀ ਵੀ ਬੱਚੇ ਵੀ ਮਰ ਗਏ ਸੀ। Wealth at home turns into poverty. ਇੰਨਾ ਪੈਸਾ ਸੀ ਘਰੇ, ਸਾਰੀ ਗਰੀਬੀ 'ਚ ਬਦਲ ਗਿਆ। The evil of drug addiction by a member of the family causes the plight of the whole family. ਇਹ ਜਿਹੜੀ ਕੰਡੀਸ਼ਨ ਸੀ ਫੈਮਿਲੀ ਦੀ, ਪਰਿਵਾਰ ਦੀ, ਉਹ ਇਸੇ ਕਰਕੇ ਸੀ ਨਾ, ਕਿਉਂਕਿ ਬੰਦੇ ਨਸ਼ਿਆਂ 'ਚ ਪਏ ਹੋਏ ਸੀ, ਸਾਰੇ ਇਸੇ ਕਰਕੇ ਤਕਲੀਫ ਸੀ। The daughter-in-law remain steadfast and virtuous and make their home a paradise. ਪਰ ਜਿਹੜੀਆਂ ਨੂੰਹਾਂ ਸੀ ਉਹ ਆਪਣਾ ਕਰਮ ਕਰਦੀਆਂ ਜਾ ਰਹੀਆਂ ਸੀ, ਘਰ ਨੂੰ ਉਹਨਾਂ ਨੇ ਜੰਨਤ ਬਣਾਇਆ ਹੋਇਆ ਸੀ, ਗਿਵ ਅਪ ਨਹੀਂ ਕਰ ਰਹੀਆਂ ਸੀ। Gurdit Singh, one of the characters of the story, represents those people who perform selfless work to eradicate social evil and aim at reforming the society. ਇਸ ਕਹਾਣੀ ਦੇ ਵਿੱਚ ਜਿਹੜਾ ਬੰਦਾ ਹੈ ਗੁਰਦਿੱਤ ਸਿੰਘ, ਉਹ ਇਹੀ ਦਰਸਾਉਂਦਾ ਹੈ ਨਾ ਕਿ ਕੁਝ ਲੋਕ ਅਜੇ ਵੀ ਸਮਾਜ ਦੇ ਵਿੱਚ ਮੌਜੂਦ ਹੈਗੇ ਨੇ ਜੋ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ, ਸਮਾਜ ਨੂੰ ਸੁਧਾਰ ਕੇ ਇੱਕ ਬਿਹਤਰ ਥਾਂ ਬਣਾਉਣਾ ਚਾਹੁੰਦੇ ਨੇ ਰਹਿਣ ਦੇ ਲਈ, ਦੂਜਿਆਂ ਦੇ ਦੁੱਖ ਦਰਦ ਨੂੰ ਜੋ ਸਮਝਦੇ ਨੇ। It is hoped that our promising students will also be aware of this social evil. ਹੁਣ ਮੈਨੂੰ ਤਾਂ ਇਹੀ ਉਮੀਦ ਹੈ ਵੀ ਤੁਸੀਂ ਸਾਰੇ ਵੀ ਇਹਨਾਂ ਸਾਰੀਆਂ ਗੱਲਾਂ ਤੋਂ ਸਿੱਖੋਗੇ ਵੀ ਕੀ ਚੱਲ ਰਿਹਾ ਸਮਾਜ ਦੇ ਵਿੱਚ, ਬੁਰਾਈ ਕੀ ਹੈ, and play a meaningful role in the society. ਤੇ ਸਮਾਜ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਓਗੇ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਸੀਂ ਨਵੀਆਂ ਗੱਲਾਂ ਸਿੱਖੀਆਂ ਹੋਣਗੀਆਂ ਤੇ ਇਹ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰੋਗੇ। ਜੇ ਸੈਸ਼ਨ ਵਧੀਆ ਲੱਗਿਆ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।